ਸਿਰਜਣਾ। ਪ੍ਰੋਗਰਾਮ ਸਿਰਜਣਾ 'ਚ ਆਪ ਸਭ ਦਾ ਸਵਾਗਤ। ਮੈਂ ਹਾਂ ਪ੍ਰਭਜੋਤ। ਅੱਜ ਅਸੀਂ ਪੰਜਾਬੀ ਸਾਹਿਤ ਜਗਤ ਦੇ ਨਾਮਵਰ ਕਵੀ ਗੁਰਤੇਜ ਕੁਹਾਰਵਾਲਾ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਇਹਨਾਂ ਨਾਲ ਗੱਲਾਂ ਬਾਤਾਂ ਰਾਹੀਂ ਸਾਂਝ ਪਾ ਰਹੇ ਨੇ ਸੁਖਜਿੰਦਰ ਸਿੰਘ। ਦੋਸਤੋ, ਤੁਹਾਡਾ ਸਵਾਗਤ ਹੈ ਸਿਰਜਣਾ ਪ੍ਰੋਗਰਾਮ ਦੇ ਵਿੱਚ। ਅਸੀਂ ਆਕਾਸ਼ਵਾਣੀ ਜਲੰਧਰ ਤੋਂ ਸਾਹਿਤਕਾਰਾਂ ਨਾਲ ਮੁਲਾਕਾਤਾਂ ਦੇ ਇਸ ਸਿਲਸਿਲੇ ਦੇ ਵਿੱਚ ਅਸੀਂ ਅੱਜ ਇੱਥੇ ਪੰਜਾਬੀ ਗਜ਼ਲ ਦੇ ਇੱਕ ਵੱਡੇ ਸ਼ਾਇਰ ਦੇ ਨਾਲ ਰੂਬਰੂ ਹੋਵਾਂਗੇ ਅਤੇ ਉਹਨਾਂ ਨਾਲ ਉਹਨਾਂ ਦੇ ਜੀਵਨ, ਉਹਨਾਂ ਦੀ ਸਿਰਜਣਾ ਦੀ ਗੱਲ ਕਰਾਂਗੇ। ਮੈਂ ਅੱਜ ਤੁਹਾਡੇ ਕੋਲ ਉਸ ਸ਼ਾਇਰ ਨੂੰ ਲੈ ਕੇ ਆਇਆ ਹਾਂ ਜੋ ਲਿਖਦਾ ਹੈ ਕਿ ਤਪਾਇਆ ਦਿਲ ਨੂੰ, ਲਫ਼ਜ਼ਾਂ ਨੂੰ ਲਾਲ ਕਰ ਦਿੱਤਾ, ਅਸੀਂ ਵੀ ਆਪਣਾ ਬਣਦਾ ਕਮਾਲ ਕਰ ਦਿੱਤਾ। ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਸਾਡੇ ਪੰਜਾਬੀ ਦੇ ਮਾਇਨਾਜ਼ ਗਜ਼ਲਕਾਰ, ਜਿਹਨੂੰ ਸੁਰਜੀਤ ਪਾਤਰ ਹੁਣੀ ਲਤੀਫ ਤਰੀਨ ਗਜ਼ਲਕਾਰ ਆਖਦੇ ਨੇ, ਗੁਰਤੇਜ ਕੁਹਾਰਵਾਲਾ ਜੀ ਦਾ। ਗੁਰਤੇਜ ਜੀ, ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਸਿਰਜਣਾ ਦੇ ਵਿੱਚ। ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਸੁਖਜਿੰਦਰ, ਤੁਸੀਂ ਮੈਨੂੰ ਮੌਕਾ ਦਿੱਤਾ ਕਿ ਆਕਾਸ਼ਵਾਣੀ ਜਲੰਧਰ ਦੇ ਮਾਧਿਅਮ ਰਾਹੀਂ ਸੁਣਨ ਵਾਲਿਆਂ ਨਾਲ ਕਵਿਤਾ ਬਾਰੇ ਜਾਂ ਕਵਿਤਾ ਵਰਗੀਆਂ ਕੁਝ ਗੱਲਾਂ ਕੀਤੀਆਂ ਜਾਣ। ਜੀ, ਅਸੀਂ ਇੱਥੇ ਇਸੇ ਹੀ ਕਵਿਤਾ ਬਾਰੇ, ਕਵਿਤਾ ਵਰਗੀਆਂ ਗੱਲਾਂ ਕਰਨ ਲਈ ਇਕੱਠੇ ਹੋਏ ਹਾਂ ਅਤੇ ਅਸੀਂ ਉਹਨਾਂ ਗੱਲਾਂ ਤੋਂ ਪਹਿਲਾਂ ਤੁਹਾਡੇ ਅੰਦਰ ਦੀਆਂ ਗੱਲਾਂ ਨੂੰ ਸੁਣਨਾ ਚਾਹਾਂਗੇ ਕਿ ਗੁਰਤੇਜ ਕੁਹਾਰਵਾਲਾ ਬਣਨ ਤੱਕ ਦੀ ਜਿਹੜੀ ਇੱਕ ਸਿਰਜਣ ਪ੍ਰਕਿਰਿਆ ਆ, ਉਸ ਪ੍ਰਕਿਰਿਆ 'ਚੋਂ ਕਿਵੇਂ ਲੰਘਦਾ ਆ। ਤੁਹਾਡੇ ਪਿੰਡ ਦਾ ਨਾਮ ਕੁਹਾਰਵਾਲਾ ਆ, ਉਹ ਤੁਹਾਡਾ ਤਖੱਲਸ ਕਿਵੇਂ ਬਣ ਜਾਂਦਾ ਆ? ਅਸਲ ਵਿੱਚ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਮੇਰੀ ਉਮਰ ਕੋਈ ਲਗਭਗ 18-19 ਸਾਲ ਦੀ ਸੀ ਜਦੋਂ ਮੈਂ ਪਹਿਲੀਆਂ ਕੁਝ ਚੀਜ਼ਾਂ ਲਿਖਣੀਆਂ ਸ਼ੁਰੂ ਕੀਤੀਆਂ। ਜਦੋਂ ਮੈਂ ਗੁਰੂ ਤੇਗ ਬਹਾਦਰਗੜ੍ਹ ਰੋਡੇ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕਰ ਰਿਹਾ ਸੀ ਜੀ, ਤਾਂ ਉੱਥੇ ਆਲੇ ਦੁਆਲੇ ਇੱਕ ਇਸ ਤਰ੍ਹਾਂ ਦਾ ਮਾਹੌਲ ਸੀ ਜਿਹਦੇ ਵਿੱਚੋਂ ਮੇਰੀ ਜਿਹੜੀ ਸ਼ਾਇਰੀ ਹੈ ਇਹਦੇ ਬੀਜ ਫੁੱਟਣੇ ਸ਼ੁਰੂ ਹੋਏ। ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਕੋਈ 2 ਸਾਲ ਪਹਿਲਾਂ ਤੱਕ ਜਦੋਂ ਮੈਂ 10ਵੀਂ ਜਮਾਤ ਪਾਸ ਕੀਤੀ ਸੀ, ਉਸ ਸਮੇਂ ਤੱਕ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਮੈਂ ਆਉਣ ਵਾਲੇ ਸਮੇਂ ਦੇ ਅੰਦਰ ਕਵੀ ਬਣ ਸਕਦਾ। ਔਰ ਇਹ ਸਾਰੇ ਇੱਕ ਅਨੁਭਵ 'ਚੋਂ ਮੈਂ ਇਹ ਵੀ ਗੱਲ ਨਿਖਰ ਕੇ ਸਾਹਮਣੇ ਆਉਂਦੀ ਹੈ ਕਿ ਇਹ ਸ਼ਾਇਦ ਕੋਈ ਇੱਕ ਸਮਾਂ ਹੁੰਦਾ, ਸ਼ਾਇਦ ਕੋਈ ਕੁਛ ਇਸ ਤਰ੍ਹਾਂ ਦੇ ਹਾਲਾਤ ਹੁੰਦੇ, ਕੁਛ ਤੁਹਾਡੇ 'ਤੇ ਪ੍ਰਭਾਵ ਪਏ ਹੁੰਦੇ ਚੀਜ਼ਾਂ ਦੇ ਕਿ ਤੁਸੀਂ ਕਲਾ ਵਾਲੇ ਪਾਸੇ ਜਾਂ ਕਿਸੇ ਪਾਸੇ ਵੀ ਮੁੜ ਸਕਦੇ ਆ। ਇਹ ਸ਼ਾਇਦ ਤੁਸੀਂ ਪਹਿਲਾਂ ਨਹੀਂ ਇਸ ਨੂੰ ਉਹਨਾਂ ਅਗੇਤਾ ਨਹੀਂ ਦੇਖ ਸਕਦੇ। ਤਾਂ ਇਸ ਤਰ੍ਹਾਂ ਮੇਰੀ ਜਿਹੜੀ ਕਵਿਤਾ ਤਕਰੀਬਨ ਉਹ 18-19 ਸਾਲ ਦੀ ਉਮਰ ਵਿੱਚ ਪੈਦਾ ਹੋਈ ਅਤੇ ਉਸ ਸਮੇਂ ਮੇਰਾ ਮਨ ਸੀ ਕਿ ਮੈਂ ਆਪਣੇ ਪਿੰਡ ਰਾਹੀਂ ਜਾਂ ਇਸ ਤਰ੍ਹਾਂ ਇੱਕ ਮਸ਼ਹੂਰ ਕਵਿਤਾਕਾਰ ਵੀ ਬਣ ਸਕਾਂ ਅਤੇ ਫਿਰ ਆਪਣੇ ਪਿੰਡ ਦਾ ਨਾਮ ਮੈਂ ਆਪਣੇ ਤਖੱਲਸ ਵਜੋਂ ਇਹਦੇ ਨਾਮ ਨਾਲ ਜੋੜ ਲਿਆ। ਤਾਂ ਇਸ ਤਰ੍ਹਾਂ ਇੱਕ ਬਹੁਤ ਕਹਿ ਲਓ ਇੱਕ ਅਣਭੋਲ ਜਿਹੀ ਯਾਤਰਾ ਸੀ ਜਿਹਦੇ ਵਿੱਚ ਗੁਰਤੇਜ ਕੁਹਾਰਵਾਲਾ ਬਣ ਕੇ ਸ਼ਾਇਰੀ ਦੇ ਪਿੜ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵਿੱਚ ਪੈ ਗਿਆ। ਜੀ ਜੀ, ਤਾਂ ਉਹ ਰੋਡੇ ਕਾਲਜ ਜਾਣ ਦੇ ਕੀ ਸੰਦਰਭ ਸਨ ਜਦੋਂ ਗੱਲ 'ਚੋਂ ਗੱਲ ਨਿਕਲੀ ਹੈ ਕਿ ਤੁਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਜਾਣਾ, ਜਾਂ ਕੀ ਉਹ ਤੁਹਾਡੀਆਂ ਅੰਦਰ ਪਹਿਲਾਂ ਹੀ ਪਏ ਹੋਏ ਸੀ ਇਹੋ ਜਿਹੇ ਇੰਜੀਨੀਅਰ ਬਣਨ ਦੇ ਕੋਈ ਸੁਪਨੇ? ਨਹੀਂ ਸੁਖਜਿੰਦਰ, ਉਹ ਅਸਲ ਵਿੱਚ ਜਿਸ ਪੀੜ੍ਹੀ ਨਾਲ ਮੈਂ ਸੰਬੰਧ ਰੱਖਦਾ ਉਸ ਸਮੇਂ ਤੁਹਾਡੇ ਕਰੀਅਰ ਬਾਰੇ, ਤੁਹਾਡੇ ਆਉਣ ਵਾਲੇ ਸਫ਼ਰਾਂ ਬਾਰੇ ਤੁਹਾਡੇ ਮਾਪੇ ਫੈਸਲਾ ਕਰਦੇ ਸੀ। ਤਾਂ ਇੰਜੀਨੀਅਰਿੰਗ ਦੀ ਜਿਹੜੀ ਪੜ੍ਹਾਈ ਸੀ ਉਹਦੀ ਵਿੱਚ ਬਿਲਕੁਲ ਮੇਰੀ ਚੋਣ ਨਹੀਂ ਸੀ। ਮੈਂ ਮਾਪਿਆਂ ਦੀ ਕਹੇ ਅਨੁਸਾਰ ਇਸ ਕੋਰਸ ਵਿੱਚ ਦਾਖਲ ਹੋਇਆ ਅਤੇ ਉਸ ਕੋਰਸ ਨਾਲ ਫਿਰ ਮੇਰੀ ਬਹੁਤ ਕਸ਼ਮਕਸ਼ ਹੋਈ। ਬਹੁਤ ਸਾਰੇ ਮਤਲਬ ਮੇਰਾ ਵਕਤ ਵੀ ਜ਼ਿਆਦਾ ਲੱਗਾ। ਜਿਹੜਾ 3 ਸਾਲ ਦਾ ਡਿਪਲੋਮਾ ਸੀ ਉਹ ਮੈਂ ਸ਼ਾਇਦ ਫਿਰ 4.5 ਸਾਲ ਦੇ ਵਿੱਚ ਪੂਰਾ ਕੀਤਾ। ਪਰ ਉਸ ਇੱਕ ਔਖੇ ਵਕਤ ਨੇ ਜਾਂ ਮੈਂ ਉਹਨੂੰ ਅਸਫਲਤਾਵਾਂ ਦਾ ਸਮਾਂ ਵੀ ਮੰਨਦਾ ਕਿ ਪੜ੍ਹਾਈ ਦੇ ਲਿਹਾਜ਼ ਨਾਲ, ਹਾਲਾਂਕਿ ਆਰਟਸ ਵਿੱਚ ਮੈਂ ਇੱਕ ਚੰਗੇ ਦਿਮਾਗ ਵਾਲਾ ਜਾਂ ਇੱਕ ਚੰਗੇ ਟਰੈਕ ਰਿਕਾਰਡ ਵਾਲਾ ਵਿਦਿਆਰਥੀ ਰਿਹਾ, ਪਰ ਇੰਜੀਨੀਅਰਿੰਗ ਦੇ ਅੰਦਰ ਮੈਂ ਉਹਨਾਂ ਸਾਲਾਂ ਨੂੰ ਆਪਣੀ ਫੇਲੀਅਰ ਦੇ ਸਾਲ ਮੰਨਦਾ। ਪਰ ਉਸ ਸਮੇਂ ਨੇ, ਉਸ ਅਰਸੇ ਨੇ ਮੈਨੂੰ ਇੱਕ ਇਹ ਜ਼ਰੂਰ ਰਸਤਾ ਦਿੱਤਾ ਕਿ ਸ਼ਾਇਦ ਕਵਿਤਾ ਦੀ ਉਂਗਲ ਫੜ ਕੇ ਮੈਂ ਉਸ ਕਿਸਮ ਦੇ ਜਿਹੜਾ ਇੱਕ ਅਣਦੱਸਿਆ ਸੰਤਾਪ ਸੀ ਉਸ ਔਖੀ ਪੜ੍ਹਾਈ ਦਾ, ਇੰਜੀਨੀਅਰਿੰਗ ਦੀ ਜਿਹੜੀ ਮੈਨੂੰ ਕਰਨੀ ਪੈ ਰਹੀ ਸੀ, ਉਸ ਵਿੱਚੋਂ ਨਿਕਲਣ ਦਾ ਸ਼ਾਇਦ ਇੱਕੋ ਇੱਕ ਇਹ ਰਸਤਾ ਸੀ। ਤਾਂ ਇਸ ਤਰ੍ਹਾਂ ਜਿਹੜਾ ਇੰਜੀਨੀਅਰਿੰਗ ਕਾਲਜ ਵੱਲ ਆਉਣਾ ਜਾਂ ਇਸ ਇੰਜੀਨੀਅਰਿੰਗ ਦੇ ਕੋਰਸ ਵਿੱਚ ਦਾਖਲਾ ਲੈਣਾ, ਇਹਦੇ ਵਿੱਚ ਮੇਰੀ ਕਤਈ ਮਰਜ਼ੀ ਸ਼ਾਮਲ ਨਹੀਂ ਸੀ ਅਤੇ ਮੈਂ ਉਹਦੇ ਨਾਲ ਬਹੁਤ ਸਾਰਾ ਮੈਨੂੰ ਘੁਲਣਾ ਪਿਆ ਉਸ ਪੜ੍ਹਾਈ ਨੂੰ ਪੂਰਾ ਕਰਨ ਲਈ। ਤੁਹਾਡਾ ਮਤਲਬ ਹੈ ਕਿ ਤੁਹਾਨੂੰ ਕਵਿਤਾ ਵੱਲ ਪਲਾਇਨ ਕਰਨ ਲਈ ਉਸ ਔਖੇ ਸਮੇਂ ਨੇ, ਉਸ ਫੇਲੂਅਰ ਨੇ ਇੱਕ ਰਾਸਤਾ ਦਿੱਤਾ ਕਵਿਤਾ ਵੱਲ, ਕਹਿ ਸਕਦੇ ਹਾਂ। ਬਹੁਤ ਮੈਂ ਇਹਦੇ ਬਾਰੇ ਇੰਨਾ ਸ਼ੋਰ ਨਹੀਂ ਕਹਿ ਸਕਦਾ ਕਿ ਇਸ ਤਰ੍ਹਾਂ, ਪਰ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਕਿ ਸ਼ਾਇਦ ਇਹ ਵੀ ਕੁਝ ਕਾਰਨ ਰਹੇ ਹੋਣਗੇ
ਕਿ ਕਵਿਤਾ ਦੀ ਫਿਰ ਪੈਦਾਵਾਰ ਉਸ ਮੁਕਾਮ ਉੱਤੇ ਮੇਰੇ ਅੰਦਰ ਪੈਦਾ ਹੋਣ ਦੀ ਮੈਂ ਮਹਿਸੂਸ ਕੀਤੀ। ਇੱਕ ਕਿਸ਼ੋਰ ਅਵਸਥਾ ਦਾ ਮੁੰਡਾ ਜਿਹੜਾ ਜਵਾਨ ਹੋਣ ਦੀ ਦਹਲੀਜ਼ 'ਤੇ ਜਾ ਰਿਹਾ ਹੈ, ਉਹਦੇ ਕੋਲ ਉਸ ਸਮੇਂ ਕਿਹੜੇ ਕਵੀ ਆ ਰਹੇ ਸਨ ਜਿਹੜੇ ਉਸ ਨੂੰ ਕਵਿਤਾ ਦੀ ਉਂਗਲ ਫੜਾਉਂਦੇ ਹੈ? ਮਤਲਬ ਉਸ ਸਮੇਂ ਜਿਹੜੇ ਪਹਿਲੇ 2 ਕਵੀਆਂ ਨੂੰ ਮੈਂ ਚੰਗੀ ਤਰ੍ਹਾਂ ਪੜ੍ਹਿਆ ਜਾਂ ਜਿਨ੍ਹਾਂ ਦਾ ਮੇਰੇ 'ਤੇ ਅਸਰ ਵੀ ਰਿਹਾ ਕਾਫੀ ਸਾਰਾ, ਉਹ ਸੀ ਡਾਕਟਰ ਜਗਤਾਰ ਔਰ ਸੁਰਜੀਤ ਪਾਤਰ ਜੀ। ਅਤੇ ਹਾਲਾਂਕਿ ਸਾਡੀ ਉਮਰ ਦੇ ਅੰਦਰ ਜਾਂ ਸਾਡੀ ਪੀੜ੍ਹੀ ਤੱਕ ਇਹ ਕਿਹਾ ਜਾਂਦਾ ਸੀ ਕਿ ਜਿਹੜੀਆਂ ਪਹਿਲੀਆਂ ਤੁਹਾਡੀਆਂ ਕਵਿਤਾਵਾਂ ਜਾਂ ਜਿਹੜਾ ਵੀ ਨਵਾਂ ਕਵੀ ਉੱਭਰਦਾ ਉਹ ਸ਼ਿਵ ਕੁਮਾਰ ਬਟਾਲਵੀ ਦੇ ਅਸਰ ਥੱਲੇ ਪੈਦਾ ਹੁੰਦਾ ਜਾਂ ਉਸ ਕਿਸਮ ਦੇ ਅਨੁਭਵਾਂ ਵਿੱਚ ਉਹਦੀ ਕਵਿਤਾ ਪੈਦਾ ਹੁੰਦੀ ਹੈ। ਤਾਂ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ ਉਸ ਸਮੇਂ ਤੱਕ ਬਹੁਤ ਧਿਆਨ ਨਾਲ ਨਹੀਂ ਪੜ੍ਹਿਆ ਸੀ। ਮੈਂ ਬਾਅਦ ਵਿੱਚ ਜਾ ਕੇ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਿਆ ਅਤੇ ਪਹਿਲੇ ਜਿਹੜੇ ਮੇਰੇ 'ਤੇ ਅਸਰ ਸੀ ਉਹ ਡਾਕਟਰ ਜਗਤਾਰ ਔਰ ਸੁਰਜੀਤ ਪਾਤਰ ਦੀ ਕਵਿਤਾ ਨੇ, ਜਿਹੜੀ ਕਿ ਖਾਸ ਤੌਰ 'ਤੇ ਗਜ਼ਲਕਾਰੀ ਦੇ ਰੂਪ ਵਿੱਚ ਸੀ, ਉਸ ਨੇ ਮੇਰੇ ਉੱਤੇ ਅਸਰ ਪਾਏ। ਤਾਂ ਇਹਦਾ ਭਾਵ ਇਹ ਹੈ ਕਿ ਤੁਸੀਂ ਸੁੱਤੇ ਸਿੱਧ ਹੀ ਗਜ਼ਲ ਦੀ ਦੁਨੀਆ ਵਿੱਚ ਆ ਗਏ। ਇਸ ਤਰ੍ਹਾਂ ਹੀ ਇਹਦਾ ਅਸੀਂ ਇੱਕ ਸਿੱਟਾ ਕੱਢ ਸਕਦੇ ਹਾਂ, ਕਿਉਂਕਿ ਜਿਹੜੇ ਸ਼ਾਇਰਾਂ ਦੀ ਲਿਖਤ ਦਾ ਮੇਰੇ ਉੱਤੇ ਅਸਰ ਪਿਆ ਪਹਿਲੇ ਤੌਰ 'ਤੇ, ਉਹ ਦੋਨੇ ਗਜ਼ਲ ਲਿਖ ਰਹੇ ਸੀ ਮੁੱਖ ਤੌਰ 'ਤੇ। ਜਗਤਾਰ ਦੀ ਜਿਵੇਂ ਕਿਤਾਬ ਸੀ ਸ਼ੀਸ਼ੇ ਦਾ ਜੰਗਲ, ਉਹਨਾਂ ਦਿਨਾਂ 'ਚ ਆਈ। ਫਿਰ ਸੁਰਜੀਤ ਪਾਤਰ ਹੋਰਾਂ ਦੀ ਹਵਾ ਵਿੱਚ ਲਿਖੇ ਹਰਫ ਨਾਂ ਦੀ ਕਿਤਾਬ ਬਹੁਤ ਚਰਚਿਤ ਕਿਤਾਬ ਹੋਈ। ਤਾਂ ਇਹਨਾਂ 2 ਕਿਤਾਬਾਂ ਨੇ ਜਿਹੜੀ ਸ਼ਾਇਰੀ ਸੀ ਉਹ ਜਦੋਂ ਮੇਰੇ 'ਤੇ ਅਸਰ ਅੰਦਾਜ਼ ਹੋਈ ਤਾਂ ਸ਼ਾਇਦ ਅਚੇਤ ਤੌਰ 'ਤੇ ਉਹਦਾ ਰੂਪ ਵੀ ਮੇਰੇ ਅੰਦਰ ਖੁਣ ਗਿਆ, ਪੈਦਾ ਹੋ ਗਿਆ। ਤਾਂ ਇਸ ਕਰਕੇ ਮੈਂ ਜਿਹੜੀਆਂ ਫਿਰ ਪਹਿਲੀਆਂ ਚੀਜ਼ਾਂ ਉਹ ਛੰਦਬੰਦ ਤਰੀਕੇ ਵਾਲੀਆਂ, ਹਾਲਾਂਕਿ ਉਸ ਸਮੇਂ ਖੁੱਲ੍ਹੀ ਕਵਿਤਾ ਵੀ ਮੌਜੂਦ ਰਹੀ ਆਲੇ ਦੁਆਲੇ, ਜਿਹਨੂੰ ਮੈਂ ਬਾਅਦ ਵਿੱਚ ਜਾ ਕੇ ਦੇਖਿਆ, ਹਾਂ ਪਾਸ਼ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ। ਤਾਂ ਪਰ ਇਸ ਤਰ੍ਹਾਂ ਸ਼ਾਇਦ ਫਿਰ ਉਹ ਅਚੇਤ ਤੌਰ 'ਤੇ ਮੈਂ ਜਿਹੜਾ ਰੂਪ ਦਾ ਅਸਰ ਵੀ ਲੈ ਲਿਆ, ਜਿਹੜੇ ਸ਼ਾਇਰਾਂ ਦੀ ਸ਼ਾਇਰੀ ਨੇ ਮੈਨੂੰ ਪਹਿਲੇ ਤੌਰ 'ਤੇ ਪ੍ਰਭਾਵਿਤ ਕੀਤਾ ਜਾਂ ਟੁੰਬਿਆ। ਗੁਰਤੇਜ ਜੀ, ਇਹ ਦੌਰ 70ਵੇਂ ਦੇ ਅੰਤ ਦਾ ਹੈ ਕਿ 80ਵੇਂ ਦੇ ਅੰਤ ਦਾ, ਜਦੋਂ ਤੁਸੀਂ ਇਸ ਦੌਰ ਦੀਆਂ ਗੱਲਾਂ ਜਿਹੜੀਆਂ ਕਰ ਰਹੇ ਹੋ? ਇਹ ਤਕਰੀਬਨ 70ਵੇਂ ਤੋਂ ਦੂਜੇ ਅੱਧ ਦੇ ਅਖੀਰਲੇ ਅੱਧ ਤੇ 80ਵੇਂ ਦੇ ਸ਼ੁਰੂਆਤ ਦਾ ਸਮਾਂ ਹੈ। ਮਤਲਬ ਇਹ ਅਸੀਂ ਕੋਈ ਜਿਹੜਾ ਸਮਾਂ ਹੈ ਇਹ 1976 ਤੋਂ ਲੈ ਕੇ ਫਿਰ 82 ਤੱਕ ਦਾ ਸਮਾਂ ਇਹ ਸੰਬੰਧੇ। ਇਸ ਸਮੇਂ ਦੌਰਾਨ ਇਹ ਸਾਰੀਆਂ ਚੀਜ਼ਾਂ ਪਨਪੀਆਂ, ਬਣੀਆਂ, ਵਿਗਸੀਆਂ, ਅਤੇ ਇਸੇ ਸਮੇਂ ਦੌਰਾਨ ਹੀ ਮੇਰੀਆਂ ਪਹਿਲੀਆਂ ਜਿਹੜੀਆਂ ਕੁਛ ਕਵਿਤਾਵਾਂ ਉਹ ਕਾਗਜ਼ ਉੱਤੇ ਆਈਆਂ। ਇਸ ਸਮੇਂ ਦੌਰਾਨ ਪਾਸ਼ ਦਾ ਕਤਲ ਵੀ ਹੁੰਦਾ ਆ, ਇਸ ਤੋਂ ਬਾਅਦ ਥੋੜ੍ਹੇ ਦੇਰ ਬਾਅਦ, ਜਾਂ ਉਸ ਸਮੇਂ ਇੱਕ ਤਰ੍ਹਾਂ ਦੀ ਇੱਕ ਹਨੇਰੀ ਵੀ ਆਉਂਦੀ ਹੈ ਪੰਜਾਬ ਦੇ ਵਿੱਚ। ਇਹ ਜਿਵੇਂ ਕਿਸੇ ਕਿਸ਼ੋਰ ਅਵਸਥਾ ਦੇ ਵਿੱਚ ਇੱਕ ਸਟਰੋਮਸ ਐਂਡ ਸਟਰਾਈਫ ਦਾ ਸਮਾਂ ਹੁੰਦਾ, ਇਹੋ ਜਿਹਾ ਸਮਾਂ ਸੀਗਾ। ਤੁਸੀਂ ਕਵਿਤਾ ਦੀ ਉਦੋਂ ਬਾਂਹ ਫੜੀ। ਬਿਲਕੁਲ। ਅਤੇ ਤੁਸੀਂ ਇੱਕ ਕਵਿਤਾ, ਇੱਕ ਸ਼ੇਰ ਲਿਖਦੇ ਹੋ ਕਿ 1000 ਸ਼ਾਇਰ ਸਨ ਸਾਡੇ ਵਕਤਾਂ ਦੇ, ਪਰ ਕਿਸੇ ਕਿਸੇ ਸ਼ਾਇਰੀ ਕੀਤੀ। ਸ਼ਾਇਰੀ ਕਰਨ ਦੇ ਕੀ ਅਰਥ ਸਨ? ਉਹ ਕਿਹੜੀ ਸ਼ਾਇਰੀ ਸੀ ਜਿਹੜੀ ਕਿਸੇ ਕਿਸੇ ਕੀਤੀ? ਸ਼ਾਇਰ ਤਾਂ 1000 ਸਨ। ਇਹ ਕਿਸ ਤਰ੍ਹਾਂ ਦੀ ਹੈ ਕਿ ਜਿਸ ਤਰ੍ਹਾਂ ਇੱਕ ਤੁਸੀਂ ਕੋਈ ਕਵਿਤਾਕਾਰੀ ਬਾਰੇ ਜਾਂ ਕਵਿਤਾ ਬਾਰੇ ਜਾਂ ਇਸ ਤਰ੍ਹਾਂ ਦੀ ਸਮੁੱਚੀ ਆਰਟ ਬਾਰੇ ਇੱਕ ਸਟੇਟਮੈਂਟ ਦਿੰਦੇ, ਬਹੁਤ ਸਾਰੇ ਕਵੀ ਇਸ ਤਰ੍ਹਾਂ ਦੀਆਂ ਸਤਰਾਂ ਲਿਖਦੇ ਨੇ। ਤਾਂ ਮੇਰਾ ਉੱਥੇ ਮੰਨਣਾ ਸੀ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਇੱਕ ਕਲਾ ਦੇ ਦੌਰ ਵਿੱਚ ਮੌਜੂਦ ਹੁੰਦੇ, ਉਹ ਆਪਣਾ ਕੰਮ ਕਰ ਰਹੇ ਹੁੰਦੇ, ਸ਼ਾਇਰੀ ਵੀ ਕਰ ਰਹੇ ਹੁੰਦੇ, ਕਵੀ ਲੋਕ ਹੁੰਦੇ, ਪਰ ਸਾਰੀ ਦੀ ਸਾਰੀ ਜਿਹੜੀ ਸ਼ਾਇਰੀ ਉਹ ਬਹੁਤ ਉੱਚ ਪਾਏ ਦੀ ਨਹੀਂ ਹੁੰਦੀ। ਮੇਰੀਆਂ ਆਪਣੀਆਂ ਪਸੰਦਾਂ ਨਾਪਸੰਦਾਂ ਉਹਦੇ ਸ਼ਾਮਲ ਹੋਣਗੀਆਂ। ਇਸ ਤਰ੍ਹਾਂ ਮੈਂ ਮਤਲਬ ਜਿਹੜੀ ਇੱਕ ਸਾਦੇ ਅਭਿਆਸ ਦੀ ਸ਼ਾਇਰੀ ਹੈ ਉਹਨੂੰ ਸ਼ਾਇਦ ਫਿਰ ਮੈਂ ਕਿਹਾ ਕਿ 1000 ਲੋਕ ਸਨ ਸ਼ਾਇਰ ਸਾਡੇ ਵਕਤਾਂ ਦੇ, ਕਿਸੇ ਕਿਸੇ ਨੇ ਪਰ ਉਹਨਾਂ 'ਚੋਂ ਸ਼ਾਇਰੀ ਕੀਤੀ। ਤਾਂ ਵਿਰਲੇ ਲੋਕ ਹੁੰਦੇ ਆ ਜਿਨ੍ਹਾਂ ਦੀ ਇੱਕ ਲਿਖਤ ਹੈ ਜਿਹੜੀ ਉਹ ਚਿਰਸਦੀ ਵੀ ਬਣਦੀ ਹੈ। ਅਤੇ ਇੱਥੇ ਜਿਹੜੀ ਸ਼ਾਇਰੀ ਮੈਂ ਕਿਹਾ ਸ਼ਾਇਰ ਅਤੇ ਸ਼ਾਇਰੀ ਦਾ ਫਰਕ ਕੀਤਾ, ਇੱਕ ਤਰੀਕੇ ਨਾਲ ਵਿਅੰਗਾਤਮਕ ਤੌਰ 'ਤੇ ਇਹ ਗੱਲ ਰਮਜ਼ ਵਾਲੀ ਕਰਨ ਦੀ ਕੋਸ਼ਿਸ਼ ਕੀਤੀ ਕਿ ਬੇਸ਼ੱਕ ਅਭਿਆਸੀ ਤੌਰ 'ਤੇ ਬਹੁਤ ਲੋਕ ਕਵਿਤਾ ਲਿਖ ਰਹੇ ਹੋਣ, ਪਰ ਉਹਨਾਂ 'ਚੋਂ ਵਿਰਲੇ ਲੋਕਾਂ ਨੂੰ ਹੀ ਸੱਚੇ ਕਵੀ ਬਣਨ ਦਾ ਦਰਜਾ ਮਿਲਦਾ ਜੀ। ਅਤੇ ਗੁਰਤੇਜ ਜੀ, ਗਜ਼ਲ ਇੱਕ ਬੰਦੇਜੀ ਕਾਵਿ ਹੈ, ਬਹੁਤ ਬੰਦਨਾਂ ਦੇ ਵਿੱਚ ਲਿਖਿਆ ਜਾਣ ਵਾਲਾ। ਅਸੀਂ ਜਾਣਦੇ ਹਾਂ ਇੱਕ ਡਿਸਕਸ਼ਨ ਚੱਲਦੀ ਹੈ ਬਹਿਰਾਂ ਦੀ। ਇਹਨਾਂ ਸਾਰੇ ਦੇ ਵਿੱਚੋਂ ਤੁਹਾਡੇ ਕੋਲ ਬਹਿਰ ਪਹਿਲੋਂ ਆਉਂਦੇ ਆ ਕਿ ਗਜ਼ਲ ਪਹਿਲੋਂ ਆਉਂਦੀ ਹੈ? ਇਹ ਬੜਾ ਦਿਲਚਸਪ ਸਵਾਲ ਹੈ ਸੁਖਜਿੰਦਰ ਜੀ, ਕਿ ਮੈਂ ਜਿਹੜੀ ਸਿਨਫ ਦੇ ਵਿੱਚ ਲਿਖਦਾ ਇਹਦਾ ਇੱਕ ਬਹੁਤ ਕਰੜੇ ਨੇਮ ਵਾਲਾ ਕਾਵਿ ਸ਼ਾਸਤਰੀ ਇੱਕ ਰੂਪ ਹੈ, ਜਿਹਦੀ ਬਹੁਤ ਸਾਰੀ ਟ੍ਰੇਨਿੰਗ ਵੀ ਜ਼ਰੂਰੀ ਮੰਨੀ ਜਾਂਦੀ ਹੈ। ਬਹੁਤ ਸਾਰੇ ਸਿਖਾਉਣ ਵਾਲੇ ਗਜ਼ਲ ਸਕੂਲ ਵੀ ਮੌਜੂਦ ਰਹੇ। ਜਿਸ ਸਮੇਂ ਦੀ ਆਪਾਂ ਦੌਰ ਦੀ ਗੱਲ ਕਰ ਰਹੇ ਹਾਂ, ਉਸ ਸਮੇਂ ਕੁਝ ਰੋਜ਼ਾਨਾ ਅਖਬਾਰਾਂ ਦੇ ਅੰਦਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੂਲਿੰਗ ਵਾਲੀਆਂ ਲਿਖਤਾਂ ਆਉਂਦੀਆਂ ਸੀ ਗਜ਼ਲ ਨੂੰ ਲੈ ਕੇ। ਤਾਂ ਉਹ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਅਸਰਅੰਦਾਜ਼ ਤਾਂ ਹੁੰਦੀਆਂ, ਪਰ ਮੈਂ ਗਜ਼ਲ ਦੀ ਜਿਹੜੀ ਉਸ ਕਿਸਮ ਦੀ ਟ੍ਰੇਨਿੰਗ ਹੈ ਜਿਹੜੀ ਉਹਦੇ ਰੂਪ ਦੀ, ਉਹ ਹਾਸਿਲ ਨਹੀਂ ਕੀਤੀ। ਉਹ ਮੈਂ ਚੀਜ਼ਾਂ ਨੂੰ ਪੜ੍ਹਦਿਆਂ ਜਿਹੜਾ ਇੱਕ ਸੰਗੀਤ ਤੁਹਾਡੇ ਅੰਦਰ ਕਿਸੇ ਵੀ ਲੈ, ਕਿਸੇ ਵੀ ਯੋਨਰ ਦੀ ਜਾਂ ਕਵਿਤਾ ਦੀ ਤੁਹਾਡੇ ਅੰਦਰ ਬੈਠ ਜਾਂਦੀ ਹੈ, ਉਸ ਤਰੀਕੇ ਨਾਲ ਉਹ ਮੇਰੇ ਅੰਦਰ ਪਨਪਿਆ। ਅਤੇ ਹੁਣ ਤੱਕ ਵੀ ਇਹ ਇਸ ਤਰ੍ਹਾਂ ਹੀ ਹੈ ਕਿ ਮੇਰੇ ਅੰਦਰ ਜਿਹੜਾ ਕੁਛ ਇੱਕ ਗਿਣੀਆਂ ਚੁਣੀਆਂ, ਮੈਂ ਬਹੁਤ ਦਾਅਵਾ ਨਹੀਂ ਕਰਦਾ ਕਿ ਮੈਂ ਬਹੁਤ ਸਾਰੀਆਂ
ਬਹਿਰਾਂ ਬਹਿਰਾਂ ਦੇ ਨੂੰ ਵਿੱਚ। ਤਕਨੀਕੀ ਤੌਰ ਤੇ ਜਾਣਦਾ ਜਾਂ ਉਹਨਾਂ ਦਾ ਮੈਨੂੰ ਗਿਆਨ ਹੈ ਜਾਂ ਉਹਨਾਂ ਵਿੱਚ ਮੈਂ ਲਿਖਦਾ। ਮੈਂ ਸ਼ਾਇਦ ਬਹੁਤ ਥੋੜ੍ਹੀਆਂ ਬਹਿਰਾਂ ਦੇ ਵਿੱਚ ਹੀ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ, ਜਿਨ੍ਹਾਂ ਦੇ ਸੰਗੀਤ ਨਾਲ ਮੈਂ ਚੰਗੀ ਤਰ੍ਹਾਂ ਆਪਣੇ ਅੰਦਰੋਂ ਆਤਮਸਾਤ ਹੋਇਆ ਮਹਿਸੂਸ ਕਰਦਾ। ਤਾਂ ਇਸ ਤਰ੍ਹਾਂ ਲਿਖਣ ਵਿੱਚ ਜਦੋਂ ਮੈਂ ਆਉਣਾ ਤਾਂ ਫਿਰ ਇੱਕ ਲੈਅ ਦੇ ਰੂਪ 'ਚ ਜਿਹੜੀਆਂ ਸਤਰਾਂ ਆਉਂਦੀਆਂ ਨੇ ਉਹਨਾਂ ਦੀ ਇੱਕ ਬਹਿਰ ਵੀ ਬਣਦੀ ਹੈ। ਮੇਰੇ ਅੱਗੇ ਉਚੇਚੇ ਤੌਰ 'ਤੇ ਨਹੀਂ ਹੁੰਦਾ ਕਿ ਮੈਂ ਫਲਾਨੀ ਬਹਿਰ ਦੇ ਅੰਦਰ ਗਜ਼ਲ ਲਿਖ ਰਿਹਾ। ਤਾਂ ਇਸ ਤਰ੍ਹਾਂ ਜਿਹੜਾ ਇੱਕ ਕੁਦਰਤੀ ਤੌਰ 'ਤੇ ਵਾਕ ਆਉਂਦਾ, ਜਿਹਨੂੰ ਮਿਸਰਾ ਕਹਿ ਸਕਦੇ ਹਾਂ, ਉਹ ਮੇਰੇ ਅੰਦਰ ਆਉਂਦਾ ਜਾਂ ਉਹ ਫਿਰ ਕਾਗਜ਼ ਉੱਤੇ ਉਤਰਦਾ। ਅਤੇ ਉਹ ਕਿਹੜੀ ਬਹਿਰ ਵਿੱਚ ਬਣਦਾ ਉਹ ਸ਼ਾਇਦ ਫਿਰ ਬਾਅਦ ਵਿੱਚ ਉਹਦੀ ਸ਼ਨਾਖਤ ਹੁੰਦੀ ਹੈ ਕਿ ਇਹ ਵਾਕ ਹੈ ਜਿਹੜਾ ਇਹ ਕਿਹੜੀ ਬਹਿਰ ਦਾ ਵਾਕ ਬਣ ਗਿਆ। ਇਹਦਾ ਅਰਥ ਤੁਸੀਂ ਇਹ ਵੀ ਕਿਤੇ ਨਾ ਕਿਤੇ ਕਰ ਰਹੇ ਹੋ ਕਿ ਅਸਲ ਦੇ ਵਿੱਚ ਬਹਿਰ ਵੀ ਇੱਕ ਕੁਦਰਤੀ ਸੰਗੀਤ ਹੀ, ਬਿਲਕੁਲ ਮਤਲਬ ਉਹ ਮਿਸਰਾ ਜੋ ਬਣ ਰਿਹਾ ਉਹ ਸਾਡੇ ਮਨ ਦੇ ਅੰਦਰ ਪਏ ਸੰਗੀਤਾਂ ਦਾ ਜਿਹੜਾ ਆ ਤਰਜਮਾ। ਇਹੋ ਜਿਹੀ ਗੱਲ ਪਾਤਰ ਹੋਣੀ ਵੀ ਇੱਕ ਥਾਂ ਤੇ ਕਹਿੰਦੇ ਆ ਕਿ ਉਹ ਇਸ ਨੂੰ ਕਹਿੰਦੇ ਆ ਕਿ ਮੈਂ ਬਹਿਰ 'ਚ ਹੋ ਗਿਆ ਜਦੋਂ, ਤਾਂ ਫਿਰ ਮੈਨੂੰ ਬਹਿਰਾਂ ਦੀ ਜ਼ਰੂਰਤ ਨਹੀਂ ਰਹੀ। ਬਿਲਕੁਲ ਮੈਨੂੰ ਲੱਗਦਾ ਕਿ ਨਵੇਂ ਸ਼ਾਇਰਾਂ ਵਾਸਤੇ ਇੱਕ ਅੱਛਾ ਸੁਨੇਹਾ ਹੋਏਗਾ ਕਿ ਅਸੀਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਸਿੱਖ ਰਹੇ ਹਾਂ। ਇਹ ਵੀ ਨਹੀਂ ਹੈ ਕਿ ਸਿੱਖਣਾ ਨਹੀਂ ਚਾਹੀਦਾ, ਪਰ ਉਸ ਦੀ ਸਿਖਲਾਈ ਕਿਸ ਤਰ੍ਹਾਂ ਆਤਮਸਾਤ ਕੀਤੀ ਜਾਂਦੀ ਹੈ ਉਹ ਵਧੇਰੇ ਜ਼ਰੂਰੀ ਹੈ। ਗੁਰਤੇਜ ਹੋਣਾ ਵਾਸਤੇ ਕਵੀ ਹੋਣ ਦੇ ਕੀ ਅਰਥ ਹੈ? ਕਵਿਤਾ ਲਿਖਣੀ ਆਪਣੇ ਆਪ 'ਚ ਇੱਕ ਤਰੀਕੇ ਨਾਲ ਆਪਣੇ ਆਪ ਨਾਲ ਆਤਮਸਾਤ, ਆਪਣੇ ਆਪ ਨਾਲ ਇੱਕ ਸੁਰ ਹੋਣ ਅਤੇ ਆਪਣੇ ਅੰਦਰ ਬਹੁਤ ਗਹਿਰੇ ਪਏ ਹੋਏ ਬੰਦੇ ਨੂੰ ਜਾਂ ਉਸ ਬੰਦਿਆਈ ਦੀ ਆਖਰੀ ਸੀਮਾ ਤੱਕ ਜਾਣ ਦਾ ਜਾਂ ਤਹਿ ਤੱਕ ਜਾਣ ਦਾ ਇੱਕ ਤਰੀਕੇ ਨਾਲ ਯਤਨ ਹੈ ਮੇਰੇ ਲਈ। ਕਵਿਤਾ ਮੈਨੂੰ ਬਹੁਤ ਸਾਰੀਆਂ ਸੂਖਮ ਜ਼ਿੰਦਗੀ ਦੀਆਂ ਤਹਿਾਂ ਨਾਲ, ਜ਼ਿੰਦਗੀ ਦੀਆਂ ਬਹੁਤ ਸਾਰੀਆਂ ਬਰੀਕ ਖੁਸ਼ੀਆਂ ਨਾਲ, ਜ਼ਿੰਦਗੀ ਦੇ ਬਹੁਤ ਸਾਰੇ ਅਣਦੱਸੇ ਦੁੱਖਾਂ ਨਾਲ ਮਿਲਾਉਂਦੀ ਹੈ, ਚਾਹੇ ਮੈਂ ਕਿਸੇ ਦੀ ਕਵਿਤਾ ਪੜ੍ਹ ਰਿਹਾ ਹੋਵਾਂ, ਚਾਹੇ ਮੈਂ ਆਪ ਕਵਿਤਾ ਲਿਖ ਰਿਹਾ ਹੋਵਾਂ। ਤਾਂ ਇਸ ਤਰ੍ਹਾਂ ਕਵਿਤਾ ਮੇਰੇ ਲਈ ਬਹੁਤ ਹੀ ਇੱਕ ਤਰ੍ਹਾਂ ਸੱਚੇ ਹੋਣ ਦਾ, ਸੂਖਮ ਹੋਣ ਦਾ ਅਤੇ ਬਹੁਤ ਗਹਿਰੇ ਹੋਣ ਦਾ ਇੱਕ ਮੁਕਾਮ ਹੁੰਦੀ ਹੈ, ਜਿਹੜਾ ਕਿ ਭਾਸ਼ਾ ਦੇ ਰਾਹੀਂ ਮੇਰੇ ਆਲੇ ਦੁਆਲੇ ਬਣਦਾ। ਤਾਂ ਇਉਂ ਕਵਿਤਾ ਨੂੰ ਮੈਂ ਮਤਲਬ ਭਾਸ਼ਾ ਦਾ ਇੱਕ ਸਭ ਤੋਂ ਹਸੀਨ ਰੂਪ ਮੰਨਦਾ ਕਿ ਜਿਹੜੀ ਭਾਸ਼ਾ ਤੁਹਾਡੇ ਆਲੇ ਦੁਆਲੇ ਹੁੰਦੀ ਹੈ, ਜਿਹਦੇ ਰਾਹੀਂ ਤੁਸੀਂ ਬੋਲ ਚਾਲ ਵਿੱਚ ਆਮ ਗੱਲਾਂ, ਆਮ ਜ਼ਿੰਦਗੀ ਜਿਉਂਦੇ ਹੋ, ਉਹ ਜਦੋਂ ਜ਼ਿੰਦਗੀ ਕਿਸੇ ਵੀ ਪਲ ਉੱਤੇ ਬਹੁਤ ਖੂਬਸੂਰਤ ਛਿਣਾਂ 'ਚੋਂ ਗੁਜ਼ਰਦੀ ਹੈ ਤਾਂ ਉਹਦਾ ਜਿਹੜਾ ਸਭ ਤੋਂ ਖੂਬਸੂਰਤ ਪ੍ਰਗਟਾਵਾ ਉਹ ਸ਼ਾਇਦ ਕਵਿਤਾ ਰਾਹੀਂ ਹੁੰਦਾ। ਤੁਹਾਡੀਆਂ ਗਜ਼ਲਾਂ ਦੇ ਵਿੱਚ ਕਈ ਥਾਵਾਂ 'ਤੇ ਬੰਦੇ ਅੰਦਰ ਬੰਦੇ ਹੋਣ ਦੀਆਂ ਗੱਲਾਂ ਜਿਹੜੀਆਂ ਉਹ ਮਿਲਦੀਆਂ ਆ। ਇਹ ਬੰਦੇ ਅੰਦਰ ਬੰਦੇ ਹੋਣਾ ਅਤੇ ਕੀ ਕਵੀ ਦੇ ਅੰਦਰ ਬੰਦੇ ਓਬਵੀਅਸਲੀ ਜ਼ਿਆਦਾ ਹੋਣਗੇ ਦੂਜੇ ਨਾਲੋਂ ਸ਼ਾਇਦ, ਕਿਉਂਕਿ ਉਹ ਕਈ ਲੋਕਾਂ ਦਾ ਦਰਦ ਮਹਿਸੂਸ ਕਰਦਿਆਂ ਕਵਿਤਾ ਦੇ ਅੰਦਰੋਂ ਲੰਘਦਾ ਆ। ਤਾਂ ਕੀ ਕਵੀ ਦੇ ਅੰਦਰ ਕਵੀ ਵੀ ਬਹੁਤ ਸਾਰੇ ਹੁੰਦੇ ਆ ਕਿ ਕਵੀ ਇੱਕ ਹੀ ਹੁੰਦਾ ਆ? ਮੇਰਾ ਖਿਆਲ ਕਵੀ ਤਾਂ ਸ਼ਾਇਦ ਇੱਕੋ ਹੀ ਬੰਦਾ ਹੁੰਦਾ। ਉਹ ਬੰਦੇ ਦੇ ਰੂਪ ਬਦਲ ਸਕਦੇ ਨੇ। ਜਦੋਂ ਤੁਸੀਂ ਅਭਿਆਸੀ ਤੌਰ 'ਤੇ, ਸ਼ੁਰੂਆਤੀ ਤੌਰ 'ਤੇ ਕਵਿਤਾ ਲਿਖਦੇ ਆ ਅਤੇ ਤੁਹਾਡੇ ਅੰਦਰਲਾ ਕਵੀ ਸ਼ਾਇਦ ਅਜੇ ਸਿੱਖ ਰਿਹਾ ਹੁੰਦਾ। ਜਦੋਂ ਤੁਸੀਂ ਥੋੜ੍ਹਾ ਜਿਹਾ ਅੱਗੇ ਜਾਂਦੇ ਹੋ, ਤੁਸੀਂ ਥੋੜ੍ਹਾ ਜਿਹਾ ਸੰਭਲੇ ਹੋਏ ਪੱਕੇ ਰਸਤੇ ਵੱਲ ਤੁਰਨ ਵਾਲੇ ਕਵੀ ਬਣ ਜਾਂਦੇ ਹੋ। ਜੇ ਤੁਸੀਂ ਬਹੁਤ ਇੱਕ ਉਮਰ ਦੇ ਅਤੇ ਅਭਿਆਸ 'ਚੋਂ ਅਤੇ ਇੱਕ ਲੰਬੇ ਸਫ਼ਰ 'ਚੋਂ ਕੋਈ ਅਬੂਰ ਹਾਸਲ ਕਰ ਲਿਆ ਤਾਂ ਸ਼ਾਇਦ ਤੁਸੀਂ ਮਹੱਤਵਪੂਰਨ ਅਤੇ ਚੰਗੇ ਕਵੀ ਵੀ ਬਣ ਜਾਂਦੇ ਹੋ। ਤਾਂ ਇਸ ਤਰ੍ਹਾਂ ਕਵੀ ਵਾਲਾ ਜਿਹੜਾ ਆਪਾ ਉਹ ਤਾਂ ਕਵੀ ਦੇ ਅੰਦਰ ਇੱਕ ਹੀ ਹੁੰਦਾ। ਉਹਦੇ ਅੰਦਰ ਬੰਦੇ ਬਹੁਤ ਸਾਰੇ ਹੁੰਦੇ ਆ ਹਮੇਸ਼ਾ ਹੀ, ਕਿਉਂਕਿ ਜਿਵੇਂ ਅਸੀਂ ਜਿਸ ਕਿਸਮ ਦੀ ਕਵਿਤਾ ਦੇ ਇੱਕ ਲੰਮੇ ਸਫ਼ਰ 'ਚੋਂ ਗੁਜ਼ਰੇ ਹਾਂ ਹੁਣ ਤੱਕ, ਜਿਹੜੀ ਆਧੁਨਿਕ ਕਵਿਤਾ ਨੇ ਸਾਨੂੰ ਸਿਖਾਇਆ ਜਾਂ ਹੋਰ ਸਾਰੇ ਫਲਸਫੇ ਸਾਡੇ ਆਲੇ ਦੁਆਲੇ ਫਿਰਦੇ ਆ, ਕਿ ਬੰਦੇ ਦੇ ਅੰਦਰ ਬਹੁਤ ਸਾਰੇ ਬੰਦੇ ਵਸਦੇ ਹੁੰਦੇ ਆ। ਜਿਵੇਂ ਮੇਰਾ ਸ਼ੇਰ ਜਿਹਦੇ ਵੱਲ ਸ਼ਾਇਦ ਤੁਸੀਂ ਇਸ਼ਾਰਾ ਕੀਤਾ ਕਿ ਹਰ ਇੱਕ ਬੰਦੇ ਦੇ ਅੰਦਰ ਦੋ ਜਣੇ ਤਕਰਾਰ ਕਰਦੇ ਨੇ, ਜੇ ਇੱਕ ਦੀਵਾਰ ਬਣਦਾ ਹੈ ਤਾਂ ਇੱਕ ਬੂਹਾ ਬਣਾਉਂਦਾ ਹੈ। ਇਸ ਤਰ੍ਹਾਂ ਦੀ ਗੱਲਬਾਤ। ਤਾਂ ਇਸ ਤਰ੍ਹਾਂ ਜਦੋਂ ਸਾਨੂੰ ਨਵਾਂ ਜਿਹੜਾ ਸਾਹਿਤ ਆ ਜਾਂ ਫਲਸਫੇ ਦੱਸਦੇ ਕਿ ਬੰਦੇ ਦੀ ਜਿਹੜੀ ਬਾਹਰਲੀ ਦੁਨੀਆ ਜਿਹੜੀ ਸਾਨੂੰ ਦਿਸਦੀ ਹੈ, ਉਹਦੀ ਥਾਂ 'ਤੇ ਬੰਦੇ ਦੇ ਅੰਦਰ ਇੱਕ ਅਣਦਿਸਦੀ ਸੂਖਮ ਦੁਨੀਆ ਵੀ ਉਨੀ ਮਹੱਤਵਪੂਰਨ ਅਤੇ ਵਧੀਆ ਹੈ। ਅਤੇ ਜਿਹੜਾ ਨਵਾਂ ਸਾਹਿਤ ਹੈ ਉਹ ਉਸ ਨਵੇਂ ਸੂਖਮ ਬੰਦੇ, ਛੁਪੇ ਹੋਏ ਬੰਦੇ ਦੇ ਅੰਦਰ ਕਿੰਨੀਆਂ ਸਾਰੀਆਂ ਤਹਿਾਂ ਵਾਲੇ ਬੰਦੇ ਨੇ, ਉਹਨਾਂ ਦੀ ਤਲਾਸ਼ ਵੱਲ ਜ਼ਿਆਦਾ ਰੁੱਝਿਆ ਰਹਿੰਦਾ। ਅਤੇ ਮੇਰਾ ਰੁਝਾਨ ਵੀ ਲਗਭਗ ਇਸ ਤਰ੍ਹਾਂ ਦਾ ਕਿ ਮੈਂ ਆਪਣੀ ਕਵਿਤਾ ਦੇ ਅੰਦਰ ਜਿਹੜੇ ਬੰਦੇ ਦੇ ਮਨੋਵਿਗਿਆਨ ਦੇ ਦ੍ਰਿਸ਼ ਨੇ ਜਾਂ ਮਨੋਵਿਗਿਆਨ ਦੇ ਉਹਦੇ ਧਰਾਤਲ ਨੇ, ਉਹਨਾਂ ਨੂੰ ਮੈਂ ਫੜਨ ਦੀ ਥੋੜ੍ਹੀ ਬਹੁਤੀ ਕੋਸ਼ਿਸ਼ ਕਰਦਾ। ਦ੍ਰਿਸ਼ ਦੀ ਗੱਲ ਕਰਦੇ ਹੋ ਤੁਸੀਂ, ਆਪਦੀ ਕਿਤਾਬ ਦੀ ਭੂਮਿਕਾ 'ਚ ਆਪ ਹੀ ਇੱਕ ਥਾਂ ਆਖਦੇ ਹੋ ਕਿ ਕਵਿਤਾ ਲਿਖਣਾ ਫੋਟੋ ਖਿੱਚਣ ਵਾਂਗ ਹੁੰਦਾ। ਉਹ ਸਾਰਾ ਕੁਛ ਉੱਥੇ ਪਹਿਲੋਂ ਪਿਆ ਆ, ਸਿਰਫ ਉਹ ਧੁੱਪ, ਰੌਸ਼ਨੀ, ਛਾਂ, ਉਹ ਸਾਰੇ ਨੇ ਰਲ ਕੇ ਉਸ ਫੋਟੋ ਨੂੰ ਬਣਾਉਣਾ ਹੁੰਦਾ ਅਤੇ ਕੈਮਰਾ ਉੱਥੇ ਪਹੁੰਚਿਆ ਹੁੰਦਾ ਹੈ। ਇਸੇ ਤਰ੍ਹਾਂ ਕਵਿਤਾ ਤੁਸੀਂ ਕਹਿੰਦੇ ਹੋ ਕਿ ਸਾਰਾ ਕੁਛ ਪਿਆ ਆ, ਪਰ ਫਿਰ ਵੀ ਇੱਕ
ਉਹਦੇ ਵਿੱਚ ਕਵੀ ਦੀ ਸ਼ਮੂਲੀਅਤ ਕਿੱਥੇ ਹੈ, ਉਹਦੇ ਸੰਵੇਦਨਾ ਕਿੱਥੇ ਪਈ ਹੋਈ ਹੈ? ਕਿਉਂਕਿ ਫੋਟੋ ਤਾਂ ਉਹ ਸਾਰਿਆਂ ਕੋਲ ਹੀ ਪਈ ਹੈ, ਹਰ ਇੱਕ ਦੇ ਕੋਲ ਉਸ ਤਰ੍ਹਾਂ ਦਾ ਦੁੱਖ ਆ ਰਿਹਾ ਹੈ, ਮੇਰੇ ਕੋਲ ਵੀ ਆ ਰਿਹਾ ਹੈ, ਹਰ ਇੱਕ ਬੰਦਾ ਮਹਿਸੂਸ ਕਰ ਸਕਦਾ ਸ਼ਾਇਦ। ਇਹਨੂੰ ਜਾਵੇਦ ਅਖਤਰ ਹੋਰਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਦੱਸਿਆ। ਜਿਵੇਂ ਬਹੁਤ ਵਾਰੀ ਇਹ ਮੰਨਿਆ ਜਾਂਦਾ ਹੈ ਕਿ ਕਵਿਤਾ ਸ਼ਾਇਦ ਇਲਹਾਮ ਦੀ ਚੀਜ਼ ਹੈ, ਇਹ ਕਵਿਤਾ ਕੋਈ ਆਕਾਸ਼ ਵਿੱਚੋਂ ਬੰਦੇ ਕੋਲ ਆਉਂਦੀ ਹੈ। ਜੀ ਜੀ। ਤਾਂ ਜਾਵੇਦ ਅਖਤਰ ਹੋਰੀ ਕਹਿੰਦੇ ਫਿਰ ਤੁਸੀਂ ਉਸ ਭਾਸ਼ਾ ਵਿੱਚ ਹੀ ਕਿਉਂ ਕਵਿਤਾ ਲਿਖਦੇ ਹੋ ਜਿਹੜੀ ਭਾਸ਼ਾ ਤੁਸੀਂ ਜਾਣਦੇ ਹੋ, ਜਿਹੜੀ ਆਉਂਦੀ ਹੈ ਤੁਸੀਂ ਕਿਸੇ ਜਿਹੜੀ ਤੁਹਾਨੂੰ ਭਾਸ਼ਾ ਦੇ ਜਾਣਕਾਰ ਹੋ, ਜਿਹੜੀ ਭਾਸ਼ਾ ਦੇ ਤੁਸੀਂ ਜਾਣੂ ਹੋ, ਤੁਸੀਂ ਕਿਸੇ ਐਸੀ ਭਾਸ਼ਾ ਵਿੱਚ ਕਵਿਤਾ ਕਿਉਂ ਨਹੀਂ ਲਿਖ ਦਿੰਦੇ ਜਿਹੜੀ ਭਾਸ਼ਾ ਤੁਹਾਨੂੰ ਨਹੀਂ ਆਉਂਦੀ? ਜੀ। ਤਾਂ ਇਹਦਾ ਜਿਹੜਾ ਇੱਕ ਸਿੱਧਾ ਅਰਥ ਬਣਦਾ ਕਿ ਭਾਸ਼ਾ ਤੁਹਾਡੇ ਅੰਦਰ ਇੱਕ ਸੰਸਾਰ ਪੈਦਾ ਕਰਦੀ ਹੈ ਜਿਹਦੇ ਵਿੱਚੋਂ ਕਵਿਤਾ ਵੀ ਪੈਦਾ ਹੁੰਦੀ ਹੈ। ਭਾਸ਼ਾ ਰਾਹੀਂ ਤੁਸੀਂ ਕਲਪਨਾ ਕਰਨੀ ਸਿੱਖਦੇ ਹੋ, ਭਾਸ਼ਾ ਰਾਹੀਂ ਤੁਸੀਂ ਦੁਨੀਆ ਨੂੰ ਦ੍ਰਿਸ਼ਾਂ ਵਿੱਚ ਬਦਲਦੇ ਹੋਏ ਦੇਖਦੇ ਹੋ, ਭਾਸ਼ਾ ਰਾਹੀਂ ਤੁਸੀਂ ਦੁਨੀਆ ਦੇ ਦ੍ਰਿਸ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ। ਕਿਉਂਕਿ ਕਲਾਕਾਰ ਜਿਹੜਾ ਹਮੇਸ਼ਾ ਉਹ ਇਸ ਲਈ ਧਰਤੀ 'ਤੇ ਪੈਦਾ ਹੁੰਦਾ ਕਿ ਅਜੇ ਬਹੁਤ ਸਾਰਾ ਕੁਛ ਧਰਤੀ ਉੱਤੇ ਠੀਕ ਕਰਨ ਵਾਲਾ ਹੈ ਅਤੇ ਉਹ ਉਹਨੂੰ ਆਪਣੀ ਕਲਾ ਰਾਹੀਂ ਥੋੜ੍ਹਾ ਥੋੜ੍ਹਾ ਠੀਕ ਕਰਕੇ ਉਹਦੇ ਉੱਤੇ ਕੋਈ ਨੁਕਤਾਚੀਨੀ ਕਰਦਾ, ਉਹਦੇ ਵਿੱਚ ਕੋਈ ਵਾਧਾ ਘਾਟਾ ਕਰਦਾ। ਤਾਂ ਇਸ ਤਰੀਕੇ ਨਾਲ ਜਿਹੜਾ ਭਾਸ਼ਾ ਅਤੇ ਕਲਪਨਾ ਦਾ ਇੱਕ ਸੰਸਾਰ ਹੈ, ਇਹ ਤੁਹਾਡੀ ਸਾਰੀ ਦੀ ਸਾਰੀ ਉਸ ਗੱਲਬਾਤ ਨੂੰ ਜਾਂ ਤੁਹਾਡੀ ਕਲਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਵੀ ਜ਼ਰੀਆ ਬਣਦਾ ਅਤੇ ਤੁਹਾਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਇੱਕ ਰਸਤਾ ਵੀ ਦਿੰਦਾ। ਅਸੀਂ ਮੁਲਾਕਾਤ ਦੇ ਵਿੱਚ ਰੰਗ ਭਰਦੇ ਹਾਂ, ਤੁਹਾਡੀ ਇੱਕ ਕੋਈ ਤਾਜ਼ਾ ਲਿਖੀ ਗਜ਼ਲ ਸੁਣਨੀ ਚਾਹਾਂਗੇ ਅਸੀਂ। ਹਾਂ, ਮੈਂ ਇੱਕ ਗਜ਼ਲ ਤੁਹਾਡੀ ਖਿਦਮਤ 'ਚ ਪੜ੍ਹਦਾ ਕਿ ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ। ਵਾਹ। ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ। ਜੀ ਜੀ। ਕੀ ਹੈ ਜੇ ਮੇਰੇ ਪੈਰ ਵੀ ਥਾਂ ਸਿਰ ਨਹੀਂ ਰਹੇ। ਵਾਹ ਵਾਹ ਗੁਰਤੇਜ ਦੀ ਮੁਕਰਰ। ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ, ਕੀ ਹੈ ਜੇ ਮੇਰੇ ਪੈਰ ਵੀ ਥਾਂ ਸਿਰ ਨਹੀਂ ਰਹੇ। ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ। ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ, ਇੱਕ ਥਾਂ ਤੇ ਆਪਾਂ ਵੀ ਤਾਂ ਬਹੁਤ ਚਿਰ ਨਹੀਂ ਰਹੇ। ਵਾਹ, ਬਹੁਤ ਅੱਛੇ। ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ, ਇੱਕ ਥਾਂ ਤੇ ਆਪਾਂ ਵੀ ਤਾਂ ਬਹੁਤ ਚਿਰ ਨਹੀਂ ਰਹੇ। ਕੁਝ ਇਸ ਕਰਕੇ ਵੀ ਤਾਂ ਹਨੇਰੇ ਨੇ ਸੰਘਣੇ। ਜੀ। ਕੁਝ ਇਸ ਕਰਕੇ ਵੀ ਤਾਂ ਹਨੇਰੇ ਨੇ ਸੰਘਣੇ, ਦੀਵੇ ਹੀ ਜਗਣ ਵਾਲਿਆਂ ਦੀ ਧਿਰ ਨਹੀਂ ਰਹੇ। ਬਹੁਤ ਅੱਛੇ, ਬਹੁਤ ਕਮਾਲ ਦੀ ਤਸ਼ਬੀਹ ਹੈ ਗੁਰਤੇਜ ਜੀ, ਬਹੁਤ ਅੱਛੀ। ਔਰ ਇਹਦੇ ਵਿੱਚ ਇੱਕ ਸ਼ੇਰ ਸੀ ਕਿ ਧਰਤੀ 'ਚ ਗਲੀਆਂ ਕਰਦਿਆਂ ਦੇ ਕੁੰਡ ਮੁੜ ਗਏ। ਵਾਹ। ਧਰਤੀ 'ਚ ਗਲੀਆਂ ਕਰਦਿਆਂ ਦੇ ਕੁੰਡ ਮੁੜ ਗਏ, ਅੰਬਰ ਨੂੰ ਟਾਕੀ ਲਾਉਂਦਿਆਂ ਦੇ ਸਿਰ ਨਹੀਂ ਰਹੇ। ਵਾਹ, ਬਹੁਤ ਅੱਛੇ। ਧਰਤੀ 'ਚ ਗਲੀਆਂ ਕਰਦਿਆਂ ਦੇ ਕੁੰਡ ਮੁੜ ਗਏ, ਅੰਬਰ ਨੂੰ ਟਾਕੀ ਲਾਉਂਦਿਆਂ ਦੇ ਸਿਰ ਨਹੀਂ ਰਹੇ। ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ, ਕੀ ਹੈ ਜੇ ਮੇਰੇ ਪੈਰ ਵੀ ਥਾਂ ਸਿਰ ਨਹੀਂ ਰਹੇ। ਬਹੁਤ ਅੱਛੇ, ਬਹੁਤ ਸ਼ੁਕਰੀਆ ਗੁਰਤੇਜ ਜੀ। ਇਸ ਗਜ਼ਲ ਨੂੰ ਸੁਣਦਿਆਂ ਮੈਂ ਬਹੁਤ ਸਾਰੇ ਪੁਰਾਣੇ ਸ਼ਬਦਾਂ ਨੂੰ ਉਹਨਾਂ ਦੀ ਦੁਬਾਰਾ ਨਵੀਂ ਪਰਿਭਾਸ਼ਾ ਰਾਹੀਂ ਲੰਘਦਿਆਂ ਵੇਖ ਰਿਹਾ ਹਾਂ। ਤੁਸੀਂ ਆਪ ਖੁਦ ਕਿਹਾ ਕਿ ਤੁਹਾਡੇ ਕੋਲ ਪਾਤਰ ਅਤੇ ਜਗਤਾਰ ਹੋਣਾ ਦੀ ਇੱਕ ਪਰੰਪਰਾ ਸੀ, ਪਰ ਜਦੋਂ ਤੁਹਾਡੀ ਸਮੁੱਚੀ ਗਜ਼ਲ ਪੜ੍ਹਦਿਆਂ ਮੈਂ ਨਿੱਜੀ ਤੌਰ ਤੇ ਇਹ ਮਹਿਸੂਸ ਕਰਦਾ ਵਾਂ ਕਿ ਉਸ ਪਰੰਪਰਾ ਤੋਂ ਅੱਗੇ ਦਾ ਅਤੇ ਕੁਝ ਹਟਵਾਂ ਜੇ ਪੰਜਾਬੀ 'ਚ ਕਿਸੇ ਨੇ ਲਿਖਿਆ ਹੈ ਤਾਂ ਗੁਰਤੇਜ ਕੁਹਾਰਵਾਲਾ ਆ। ਗੁਰਤੇਜ ਹੋਣਾ ਨੂੰ ਇਹ ਇਸ ਲਈ ਸੁਚੇਤ ਹੋਣਾ ਪਿਆ ਕਿ ਇਹ ਉਹਨਾਂ ਦੀ ਸੰਵੇਦਨਾ ਸੀ ਕਿ ਕਿਉਂਕਿ ਤੁਹਾਡੇ ਹਰ ਵਾਰ ਜਦ ਵੀ ਮੈਂ ਦੇਖਦਾ ਤੁਹਾਡੇ ਬਿੰਬ ਹੈ ਉਹ ਇੱਕ ਪ੍ਰੋਸੈਸ 'ਚ ਹੁੰਦੇ ਆ। ਸ਼ਬਦ ਇੱਕ ਖਾਸ ਤਰ੍ਹਾਂ ਦੇ ਸੰਦਰਭਾਂ ਵਿੱਚੋਂ ਲੰਘਦੇ ਆ, ਪਾਠਕ ਦੀ ਸਪੇਸ ਬਣਦੀ ਹੈ ਅਤੇ ਇਹੀ ਸ਼ਾਇਦ ਬੰਦੇ ਨੂੰ ਵੱਡਾ ਕਵੀ ਬਣਾਉਂਦੇ ਆ ਜਾਂ ਕੋਈ ਨਵੀਂ ਪਰੰਪਰਾ ਦਾ ਕਵੀ। ਤੁਸੀਂ ਇਹ ਦੱਸੋ ਕਿ ਇਸ ਤਰ੍ਹਾਂ ਤੁਸੀਂ ਸੁਚੇਤ ਰੂਪ ਨਾਲ ਕੀਤਾ ਕਿ? ਅਸਲ 'ਚ ਸੁਖਜਿੰਦਰ, ਜਿਹੜੀ ਕਵਿਤਾ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਹੁੰਦੀ ਹੈ ਮੇਰੇ ਲਿਹਾਜ਼ ਨਾਲ, ਉਹ ਉਹਦੀ ਕਾਵਿ ਭਾਸ਼ਾ ਹੁੰਦੀ ਹੈ। ਜੀ। ਅਤੇ ਹਰ ਕਵੀ ਆਪਣੀ ਇੱਕ ਕਵਿਤਾ ਦਾ ਲਹਿਜਾ, ਆਪਣੀ ਇੱਕ ਭਾਸ਼ਾ ਸਿਰਜਦਾ ਹੈ। ਜੀ। ਜਿਵੇਂ ਗਜ਼ਲ ਦੀ ਵੀ ਇੱਕ ਆਪਣੀ ਬੁਨਿਆਦੀ ਰਿਦਮ ਹੈ, ਉਹਦੀ ਵੀ ਆਪਣੀ ਇੱਕ ਲੈਅ ਹੈ, ਉਹਦਾ ਆਪਣਾ ਇੱਕ ਚੌਖਟਾ, ਇੱਕ ਸੰਸਾਰ ਹੈ। ਜੀ। ਪਰ ਉਹਦੇ ਅੰਦਰ ਕਵੀ ਦੇ ਕਰਨ ਵਾਲਾ ਜਾਂ ਗਜ਼ਲਕਾਰ ਦੇ ਕਰਨ ਵਾਲਾ ਨਵਾਂ ਕੁਛ ਤਾਂ ਹੀ ਸੰਭਾਵਨਾ ਬਣਦੀ ਹੈ ਜੇ ਉਹ ਕੋਈ ਨਵੇਂ ਭਾਸ਼ਾਈ ਮੁਹਾਵਰੇ ਦੀ ਕੋਈ ਸਿਰਜਣਾ ਕਰ ਸਕੇ, ਕਰ ਰਿਹਾ ਹੋਵੇ ਜਾਂ ਕਰ ਸਕੇ। ਜਦੋਂ ਮੈਂ ਸ਼ੁਰੂਆਤੀ ਤੌਰ 'ਤੇ ਸੁਰਜੀਤ ਪਾਤਰ ਜਾਂ ਡਾਕਟਰ ਜਗਤਾਰ ਹੋਰਾਂ ਦੇ ਅਸਰ ਥੱਲੇ ਲਿਖਣਾ ਸ਼ੁਰੂ ਕੀਤਾ ਤਾਂ ਹੌਲੀ ਹੌਲੀ ਜਦੋਂ ਤੁਸੀਂ ਫਿਰ ਆਪਣੇ ਇੱਕ ਅਭਿਆਸ ਵਿੱਚ ਪੈਂਦੇ ਹੋ ਅਤੇ ਤੁਸੀਂ ਇਹ ਵੀ ਜ਼ਰਾ ਸੁਚੇਤ ਹੁੰਦੇ ਹੋ ਕਿ ਤੁਹਾਡੀ ਆਪਣੀ ਕਵਿਤਾ ਦਾ ਕੋਈ ਖ਼ਾਸ ਤਰ੍ਹਾਂ ਦਾ ਜਾਂ ਇੱਕ ਵੱਖਰਾ ਜਾਂ ਥੋੜ੍ਹਾ ਜਿਹਾ ਇੱਕ ਅਨੋਖਾ ਜਾਂ ਨਵੇਕਲਾ ਲਹਿਜਾ ਬਣ ਸਕੇ, ਮੁਹਾਵਰਾ ਬਣ ਸਕੇ, ਤਾਂ ਫਿਰ ਤੁਸੀਂ ਉਹਦੇ ਅੰਦਰ ਕੋਈ ਨਾ ਕੋਈ ਭਾਸ਼ਾਈ ਪਰਿਵਰਤਨ, ਤਬਦੀਲੀਆਂ ਕਰਦੇ ਰਹਿੰਦੇ ਹੋ।
ਅਤੇ ਦੂਜੀ ਗੱਲ ਜਿਹੜੀ ਮੈਨੂੰ ਜ਼ਾਤੀ ਤੌਰ 'ਤੇ ਲੱਗਦੀ ਹੈ ਕਿ ਸਾਡੀ ਜਿਹੜੀ ਬਹੁਤ ਸਾਰੀ ਗਜ਼ਲ ਐਸੀ ਰਹੀ ਜਿਹਦੇ ਅੰਦਰ ਬਹੁਤ ਇੱਕ ਪਰੰਪਰਕ ਕਿਸਮ ਦੇ ਬਿੰਬਾਵਲੀ ਰਹੀ, ਉਹਦੇ ਅੰਦਰ ਪਰੰਪਰਕ ਕਿਸਮ ਦਾ ਸੰਸਾਰ ਹੀ ਮਿਲਦਾ ਰਿਹਾ। ਜਿਵੇਂ ਅਸੀਂ ਮਤਲਬ ਜਿਹੜੀ ਉਰਦੂ ਵਾਲੀ ਗਜ਼ਲ ਤੋਂ ਬਾਅਦ ਸਾਡੇ ਕੋਲ ਆਉਂਦਾ ਰਿਹਾ, ਜਿਹੜੀਆਂ ਬਾਈਨਰੀਜ਼ ਰਹੀਆਂ। ਹਾਂ, ਇਹ ਤੁਸੀਂ ਉਸ ਤੋਂ ਅਗਲੀ ਗੱਲ ਕਰ ਰਹੇ ਹੋ। ਤਾਂ ਮਤਲਬ ਜਿਹੜਾ ਉਹਦਾ ਇੱਕ ਸਾਰਾ ਸੰਸਾਰ ਵੀ ਰਿਹਾ, ਉਹੀ ਰਿਹਾ ਪਿਆਲਾ ਸ਼ਰਬਤ। ਪਰ ਮੇਰੀ ਜਿਹੜੀ ਇੱਕ ਹੁਣ ਕੋਸ਼ਿਸ਼ ਇਹ ਹੈ ਕਿ ਜਿਹੜਾ ਬਹੁਤ ਇੱਕ ਕਿਸਮ ਦਾ ਠੇਠ ਪੰਜਾਬੀ ਦਾ, ਜਿਹੜਾ ਪੰਜਾਬੀ ਦਾ ਸਾਡਾ ਆਪਣਾ ਭਾਸ਼ਾ ਦਾ ਅਨੁਭਵ ਹੈ, ਉਹ ਵੀ ਮੇਰੀ ਕਵਿਤਾ ਦੇ ਅੰਦਰ ਆਵੇ। ਅਤੇ ਜਿਵੇਂ ਜਿਵੇਂ ਪੰਜਾਬੀ ਦਾ ਸਾਡਾ ਬੰਦਾ ਬਦਲ ਰਿਹਾ, ਪੰਜਾਬੀ ਮਾਨਸ ਬਦਲ ਰਿਹਾ, ਉਹਦੇ ਅੰਦਰਲੀ ਦੁਨੀਆ ਦਾ ਵੀ ਦਖਲ ਮੇਰੀ ਕਵਿਤਾ ਦੇ ਅੰਦਰ ਆ ਸਕੇ। ਕੁਝ ਥਾਵਾਂ 'ਤੇ ਮੈਂ ਇਹਨੂੰ ਨਵਾਂਪਨ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ, ਕਿਤੇ ਨਹੀਂ ਵੀ ਹੁੰਦਾ, ਕਿਉਂਕਿ ਜਿਹੜਾ ਹਰ ਇੱਕ ਲਿਖਤ ਹੁੰਦੀ ਹੈ ਜਾਂ ਕਲਾ ਦਾ ਕੋਈ ਵੀ ਇੱਕ ਸਟਰੋਕ ਹੁੰਦਾ ਜਾਂ ਵਾਕ ਹੁੰਦਾ, ਉਹ ਹਰ ਨਵੀਂ ਛਾਲ ਵਾਂਗੂ ਹੁੰਦਾ। ਕਿਤੇ ਉਹ ਕਾਮਯਾਬ ਹੁੰਦੀ ਹੈ, ਕਿਤੇ ਉੱਚੀ ਹੋ ਜਾਂਦੀ ਹੈ, ਕਿਤੇ ਨੀਵੀਂ ਰਹਿ ਜਾਂਦੀ ਹੈ। ਤਾਂ ਇਸ ਤਰੀਕੇ ਨਾਲ ਇਹ ਮੈਂ ਸੁਚੇਤ ਤੌਰ 'ਤੇ ਇੱਕ ਤਰ੍ਹਾਂ ਆਪਣੇ ਆਪ ਨੂੰ ਇਸ ਮੁਹਾਵਰੇ ਵਿੱਚ ਢਾਲਿਆ ਕਿ ਮੇਰੀ ਕਵਿਤਾ ਦੇ ਅੰਦਰ, ਮੇਰੀ ਗਜ਼ਲ ਦੇ ਅੰਦਰ ਕੁਛ ਨਵੇਂ ਅੰਦਾਜ਼ ਵਿੱਚ ਜਿਹੜਾ ਟਰੀਟਮੈਂਟ ਹੈ ਉਹ ਭਾਸ਼ਾ ਦਾ ਜਾਂ ਚੀਜ਼ਾਂ ਦਾ ਆਉਂਦਾ ਰਹੇ। ਇਹਦੇ ਵਿੱਚ ਗੁਰਤੇਜ ਜੀ ਤੁਸੀਂ ਟਰੀਟਮੈਂਟ ਦੀ ਗੱਲ ਕਰਦੇ ਹੋ, ਪੰਜਾਬੀਪਨ ਲੈ ਕੇ ਆਉਣਾ ਗਜ਼ਲ ਦੇ ਵਿੱਚ ਜੀ। ਅਤੇ ਤੁਹਾਡੀ ਕਵਿਤਾ ਦੇ ਵਿੱਚ, ਗਜ਼ਲ ਦੇ ਵਿੱਚ ਮੁਹੱਬਤ ਬੜੀ ਉੱਭਰਵੇਂ ਸੁਰ ਵਿੱਚ ਅਤੇ ਬੜੇ ਰੰਗਾਂ ਵਿੱਚ ਆਉਂਦੀ ਹੈ, ਬੜੇ ਬੇਸ਼ੁਮਾਰ ਰੰਗਾਂ ਰਾਹੀਂ ਆਉਂਦੀ ਹੈ। ਤੁਸੀਂ ਆਖਦੇ ਹੋ ਕਿ ਇੱਕ ਚਿਹਰੇ ਨੂੰ ਮੇਰੇ ਲਫ਼ਜ਼ਾਂ ਤੋਂ ਓਲੇ ਕਰੀ ਰੱਖੀ, ਕਿਤੇ ਮਿਲੇ ਨਫ਼ਰਤ ਅੰਬਰ ਤੋਂ ਉੱਚੀ, ਸਮੁੰਦਰ ਜੇਡ ਗਹਿਰਾ ਪਿਆਰ ਹੋਵੇ, ਅਤੇ ਦਰਦ ਵੀ ਕੋਈ ਹੰਢਣਸਾਰ ਮੰਗਦੇ ਹੋ ਤੁਸੀਂ ਜੀ। ਮੁਹੱਬਤ ਦੇ ਇੰਨੇ ਤਰ੍ਹਾਂ ਦੇ ਪ੍ਰਿਜ਼ਮ 'ਚੋਂ ਨਿਕਲਣਾ ਅਤੇ ਉਸ ਦੀ ਡੀਲਿੰਗ ਜਿਸ ਤਰ੍ਹਾਂ ਤੁਸੀਂ ਆਪਦੀ ਕਵਿਤਾ 'ਚ ਕਰਦੇ ਹੋ, ਇਸ ਨਵੇਕਲੇਪਣ ਦੇ ਕੋਈ ਔਰਗੈਨਿਕ ਹੰਢਾਏ ਹੋਏ ਪਲਾਂ ਦੇ ਵਿੱਚੋਂ ਨਿਕਲਦੀਆਂ ਕਿ ਮੁਹੱਬਤ ਨੂੰ ਆਤਮਸਾਤ ਹੀ ਕੀਤਾ ਜਾ ਸਕਦਾ ਹੈ? ਸੁਖਜਿੰਦਰ, ਜਿਹੜਾ ਮੁਹੱਬਤ ਹੈ ਇਹ ਕਵਿਤਾ ਦਾ ਬਹੁਤ ਇੱਕ ਮਨਪਸੰਦ ਵਿਸ਼ਾ, ਹਾਂਜੀ, ਉੱਭਰਵਾਂ ਅਤੇ ਮਨਪਸੰਦ ਵਿਸ਼ਾ ਰਿਹਾ ਸਾਰੀਆਂ ਭਾਸ਼ਾਵਾਂ ਦੇ ਅੰਦਰ। ਭੁੱਖ ਤੋਂ ਬਾਅਦ ਸ਼ਾਇਦ ਮੁਹੱਬਤ ਇੱਕ ਐਸਾ ਵਿਸ਼ਾ ਜਿਹੜਾ ਬਹੁਤ ਸਾਰੇ ਕਵੀਆਂ ਦੀ ਕਵਿਤਾ ਦੇ ਵਿੱਚ ਵਾਰ-ਵਾਰ ਆਉਂਦਾ ਜੀ। ਪਰ ਮੈਂ ਕਵਿਤਾ ਦੇ ਅੰਦਰ ਜਿਹੜਾ ਮੁਹੱਬਤ ਦਾ ਜ਼ਿਕਰ ਹੈ ਜਾਂ ਮੇਰੀ ਕਵਿਤਾ ਦੇ ਅੰਦਰ, ਉਹਦੀ ਮੈਂ ਇੱਕ ਤਰ੍ਹਾਂ ਦੀ ਗਰੋਥ ਉਹਨੂੰ ਦੇਖਣੀ ਚਾਹੁੰਦਾ ਕਿ ਫਰਜ਼ ਕਰੋ ਜਿਹੜਾ 20 ਸਾਲ ਦਾ ਨੌਜਵਾਨ ਮੁਹੱਬਤ ਵਿੱਚ ਪੈ ਕੇ ਕਵਿਤਾ ਲਿਖਣੀ ਸ਼ੁਰੂ ਕਰਦਾ, ਉਹਦੇ ਅਨੁਭਵ ਹੋਰ ਤਰ੍ਹਾਂ ਦੇ ਨੇ। ਉਹਦੀ ਕਵਿਤਾ ਦਾ ਜਿਹੜਾ ਰੂਪ ਰੰਗ ਹੈ ਉਹ ਭਾਵ ਵਾਲਾ ਹੋਏਗਾ। ਅਤੇ ਹੌਲੀ ਹੌਲੀ ਜਦੋਂ ਫਿਰ ਇੱਕ ਵੱਡੀ ਉਮਰ ਦਾ ਕਵੀ ਮੁਹੱਬਤ ਦੇ ਅਨੁਭਵ ਨੂੰ ਪੇਸ਼ ਕਰਦਾ, ਤਾਂ ਉਹਦੇ ਵਿੱਚ ਸ਼ਾਇਦ ਫਿਰ ਜਿਹੜਾ ਹਿਜਰ ਦਾ, ਵੈਰਾਗ ਦਾ ਅੰਸ਼ ਹੈ, ਉਹ ਉਸ ਤੋਂ ਕਿਤੇ ਜ਼ਿਆਦਾ ਭਾਰਾ ਹੋਣਾ ਸ਼ੁਰੂ ਹੋ ਜਾਂਦਾ। ਉਹਦੇ ਅੰਦਰ ਜਿਹੜਾ ਇੱਕ ਉਹ ਹਿਰਵਾ ਹੈ, ਉਹ ਪੈਸ਼ਨ ਹੈ, ਉਹ ਥੋੜ੍ਹਾ ਜਿਹਾ ਇੱਕ ਜਿਹਨੂੰ ਸਬਲਾਈਮਡ ਰੂਪ ਅਸੀਂ ਕਹਿੰਦੇ ਹਾਂ, ਉਹਦੇ ਅੰਦਰ ਆ ਜਾਂਦਾ। ਤਾਂ ਇਸ ਤਰ੍ਹਾਂ ਜਿਹੜੀ ਮੇਰੀ ਕਵਿਤਾ ਦੇ ਅੰਦਰ ਪ੍ਰੇਮ ਦਾ ਅਨੁਭਵ ਹੈ, ਉਹ ਵੀ ਆਪਣੇ ਬਦਲਦੇ ਹੋਏ ਰੂਪਾਂ ਵਿੱਚੋਂ, ਜਿਸ ਕਿਸਮ ਦੇ ਅਨੁਭਵ ਵਿੱਚੋਂ ਮੈਂ ਗੁਜ਼ਰਦਾ ਮੁਹੱਬਤ ਨੂੰ ਲੈ ਕੇ, ਚਾਹੇ ਇਸ ਨੂੰ ਤੁਸੀਂ ਨਿੱਜੀ ਅਨੁਭਵ ਕਹਿ ਸਕਦੇ ਹੋ, ਚਾਹੇ ਤੁਸੀਂ ਦੁਨੀਆ ਦੇ ਵਿੱਚੋਂ ਦੇਖਿਆ ਅਨੁਭਵ ਕਰ ਸਕਦੇ ਹੋ, ਕਿਉਂਕਿ ਕਵੀ ਦੇ ਵਿੱਚ ਜਿਹੜਾ ਅਨੁਭਵ ਦਾ ਅਸਲ ਮਾਨਾ ਹੁੰਦਾ ਕਿ ਉਹਦੀ ਕਵਿਤਾ ਦੇ ਅੰਦਰ ਕਿਸ ਤਰ੍ਹਾਂ ਹੁੰਦਾ। ਜਿਵੇਂ ਮੁਨੱਵਰ ਰਾਣਾ ਹੋਰੀ ਕਹਿੰਦੇ ਕਿ ਦੁੱਖ ਕਿਸੀ ਕਾ ਵੀ ਹੋ ਛਲ ਕੁੱਟਤੀ ਹੈ ਆਂखें ਮੇਰੀ, ਸਾਰੀ ਮਿੱਟੀ ਇਸੀ ਤਾਲਾਬ ਮੇਂ ਆ ਜਾਤੀ ਹੈ। ਤਾਂ ਕਵੀ ਦੇ ਵਿੱਚ ਨਿੱਜੀ ਅਨੁਭਵ ਜਾਂ ਦੁਨਿਆਵੀ ਅਨੁਭਵ ਦਾ ਕੋਈ ਮਾਨਾ ਨਹੀਂ ਰਹਿੰਦਾ। ਉਹਦਾ ਜਿਹੜਾ ਸਾਰਾ ਅਨੁਭਵ ਹੈ ਕਿ ਉਹ ਕਵਿਤਾ ਦੇ ਅੰਦਰ ਕੀ ਸ਼ਕਲ ਲੈ ਕੇ ਆਉਂਦਾ, ਜੀਵੀ ਗਈ ਜ਼ਿੰਦਗੀ ਦੇ ਵਿੱਚੋਂ ਨਿਕਲਦਾ। ਹਾਂ, ਉਹ ਅਸਲ ਵਿੱਚ ਅਸਲੀ ਕਿੰਨਾ ਲੱਗਦਾ ਪੜ੍ਹਨ ਵਾਲੇ ਨੂੰ। ਇਸ ਗੱਲ ਉੱਤੇ ਉਹਦਾ ਤੁਹਾਡੀ ਉਹ ਇੱਕ ਗਜ਼ਲ ਦਾ ਸ਼ੁਰੂਆਤ ਹੁੰਦੀ ਹੈ ਕਿ ਉਹ ਬਰਫ਼ ਵੀ ਪੱਥਰ ਤਰ੍ਹਾਂ ਹੁੰਦੀ ਹੈ ਪਾਣੀ ਹੋਣ ਤੋਂ। ਉਹ ਮੁਹੱਬਤ ਦਾ ਮੈਨੂੰ ਇੱਕ ਨਵਾਂ ਰੂਪ ਉਹਦੇ 'ਚੋਂ ਦਿਖਾਈ ਦਿੱਤਾ, ਪੱਥਰ ਤੋਂ ਪਾਣੀ ਤੱਕ ਜਾਣਾ। ਮੈਨੂੰ ਉਹਦੇ 'ਚੋਂ ਵੀ ਮੁਹੱਬਤ ਲੱਭਦੀ ਇੱਕ ਪਾਠਕ। ਉਹ ਅਸਲ ਤੁਸੀਂ ਜਿਸ ਵੀ ਮਨੋਵਸਥਾ 'ਚ ਪੜ੍ਹ ਰਹੇ ਹੁੰਦੇ ਆ, ਤੁਸੀਂ ਆਪਣੀ ਵੀ ਇੱਕ ਦੁਨੀਆ ਲੈ ਕੇ ਉਸ ਸ਼ੇਰ ਜਾਂ ਵਾਕ ਕੋਲ ਜਾ ਰਹੇ ਹੁੰਦੇ, ਕਵਿਤਾ ਦੇ ਅੰਦਰ ਜਾ ਰਹੇ ਹੁੰਦੇ। ਤਾਂ ਇਸ ਤਰ੍ਹਾਂ ਜ਼ਰੂਰੀ ਨਹੀਂ ਕਿ ਕਵੀ ਨੇ ਉਸ ਰੰਗ ਦੀ ਗੱਲ ਕੀਤੀ ਹੋਵੇ ਜਿਹੜਾ ਉਸੇ ਰੰਗ ਵਿੱਚੋਂ ਤੁਸੀਂ ਪੜ੍ਹਨ ਵਾਲੇ ਨਿਕਲ ਲਿਆ। ਮੈਂ ਬਹੁਤ ਵਾਰੀ ਇਸ ਗੱਲ ਦਾ ਵੀ ਕਾਇਲ ਹਾਂ ਕਿ ਪੜ੍ਹਨ ਵਾਲਾ ਕਵੀ ਦੇ ਦਿੱਤੇ ਹੋਏ ਅਰਥ ਨਾਲੋਂ ਜਾਂ ਉਹਦੇ ਰੰਗ ਨਾਲੋਂ ਇੱਕ ਵੱਡਾ ਰੰਗ ਕਵਿਤਾ ਦੇ ਅੰਦਰ ਅਨੁਭਵ ਕਰਦਾ। ਇਸ ਨਾਲ ਕਵਿਤਾ ਵੀ ਵੱਡੀ ਹੁੰਦੀ ਹੈ ਔਰ ਇਸ ਨਾਲ ਜਿਹੜੀ ਪੜ੍ਹਨ ਵਾਲੇ ਦੀ ਪਾਰਟੀਸਪੇਸ਼ਨ ਹੈ ਕਵਿਤਾ ਦੇ ਸਾਰੇ ਸੰਸਾਰ ਅੰਦਰ, ਉਹ ਵੀ ਬਹੁਤ ਹੋਰ ਮਜ਼ਬੂਤ ਅਤੇ ਦ੍ਰਿੜ ਹੁੰਦੀ ਹੈ। ਗੁਰਤੇਜ ਜੀ, ਆਪਣਾ ਸਮਾਂ ਲੰਘ ਰਿਹਾ ਸਾਡੇ ਹੱਥੋਂ ਜੀ, ਤਾਂ ਮੈਂ ਤੁਹਾਡੇ ਕੋਲੋਂ ਦੋ ਬਹੁਤ ਪਿਆਰੀਆਂ ਗਜ਼ਲਾਂ ਸੁਣਨੀਆਂ ਚਾਹਾਂਗਾ ਪਹਿਲਾਂ, ਫਿਰ ਇੱਕ ਸਵਾਲ। ਅੱਛਾ, ਚਲੋ ਮੈਂ ਦੋ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਪਣਾ। ਜੀ, ਇਰਸ਼ਾਦ। ਕਿ ਸਫ਼ਰਨਾਮੇ ਤਰ੍ਹਾਂ ਆਪਣਾ ਵਹਾ ਪੜ੍ਹਨਾ ਵੀ ਬਣਦਾ ਹੈ। ਜੀ, ਵਾਹ। ਸਫ਼ਰਨਾਮੇ ਤਰ੍ਹਾਂ ਆਪਣਾ ਵਹਾ ਪੜ੍ਹਨਾ ਵੀ ਬਣਦਾ ਹੈ,
ਮੇਰਾ ਵਗਣਾ ਤਾਂ ਹੈ ਲਾਜ਼ਿਮ, ਕਿਤੇ ਖੜਨਾ ਵੀ ਬਣਦਾ ਹੈ। ਬਹੁਤ ਅੱਛੇ, ਬਹੁਤ ਅੱਛੇ। ਸਫ਼ਰਨਾਮੇ ਤਰ੍ਹਾਂ ਆਪਣਾ ਵਹਾ ਪੜ੍ਹਨਾ ਵੀ ਬਣਦਾ ਹੈ, ਮੇਰਾ ਵਗਣਾ ਤਾਂ ਹੈ ਲਾਜ਼ਿਮ, ਕਿਤੇ ਖੜਨਾ ਵੀ ਬਣਦਾ ਹੈ। ਸਫ਼ੇ ਵੀ ਬੋਲਦੇ ਨੇ, ਸਿਰਫ ਅੱਖਰ ਹੀ ਨਹੀਂ ਕਹਿੰਦੇ। ਵਾਹ, ਕਮਾਲ, ਬਹੁਤ ਅੱਛੇ। ਸਫ਼ੇ ਵੀ ਬੋਲਦੇ ਨੇ, ਸਿਰਫ ਅੱਖਰ ਹੀ ਨਹੀਂ ਕਹਿੰਦੇ। ਕਹਿੰਦੇ। ਮੈਂ ਜਿਸ ਨੂੰ ਲਿਖ ਰਿਹਾ ਹਾਂ ਉਸ ਨੂੰ ਪੜ੍ਹਨਾ ਵੀ ਬਣਦਾ ਹੈ। ਵਾਹ ਜੀ, ਮੈਂ ਜਿਸ ਨੂੰ ਲਿਖ ਰਿਹਾ ਹਾਂ ਉਸ ਨੂੰ ਪੜ੍ਹਨਾ ਵੀ ਬਣਦਾ ਹੈ। ਔਰ ਗਵਾਈ ਜਾ ਰਹੇ ਹਾਂ ਉਮਰ, ਮਿੱਟੀ ਗੁੰਦਿਆਂ ਆਪਣੀ, ਜੀ। ਜੇ ਕੁਝ ਬਣਨਾ ਹੈ ਕਿਸੇ ਦੇ ਚੱਕ ਤੇ ਚੜ੍ਹਨਾ ਵੀ ਬਣਦਾ ਹੈ। ਬਹੁਤ ਅੱਛਾ। ਔਰ ਇਹਦੇ ਵਿੱਚ ਇੱਕ ਸ਼ੇਰ ਸੀ ਜਿਹੜਾ ਮੈਨੂੰ ਆਪ ਨੂੰ ਵੀ ਚੰਗਾ ਲੱਗਦਾ, ਪਸੰਦ ਹਾਂਜੀ। ਹੈ ਕਿ ਮਰੇ ਹਾਂ ਰਾਤ ਦੇ ਹੱਥੋਂ ਅਸੀਂ ਪੂਰਬ ਲਈ ਲੜਦੇ। ਵਾਹ। ਮਰੇ ਹਾਂ ਰਾਤ ਦੇ ਹੱਥੋਂ ਅਸੀਂ ਪੂਰਬ ਲਈ ਲੜਦੇ, ਕਿਸੇ ਸੂਰਜ ਦਾ ਸਾਡੇ ਮਾਣ ਵਿੱਚ ਚੜ੍ਹਨਾ ਵੀ ਬਣਦਾ ਹੈ। ਸਫ਼ਰਨਾਮੇ ਤਰ੍ਹਾਂ ਆਪਣਾ ਵਹਾ ਪੜ੍ਹਨਾ ਵੀ ਬਣਦਾ ਹੈ, ਮੇਰਾ ਵਗਣਾ ਤਾਂ ਹੈ ਲਾਜ਼ਿਮ, ਕਿਤੇ ਖੜਨਾ ਵੀ ਬਣਦਾ ਹੈ। ਗੁਰਤੇਜ ਜੀ, ਇਸੇ ਤੋਂ ਹੀ ਇੱਕ ਸਵਾਲ ਉੱਠਦਾ ਆ। ਤੁਸੀਂ ਜੀ। ਇੱਕ ਥਾਂ ਤੇ ਕਹਿੰਦੇ ਹੋ ਕਿ ਮੈਂ ਜਿਸ ਨੂੰ ਲਿਖ ਰਿਹਾ ਹਾਂ ਉਸ ਨੂੰ ਪੜ੍ਹਨਾ ਵੀ ਬਣਦਾ ਹੈ। ਜੀ। ਇੱਕ ਸ਼ੇਰ ਵਿੱਚ ਤੁਸੀਂ ਆਖਦੇ ਹੋ, ਕਵੀਆ ਕੀ ਕਵਿਤਾ ਤੋਂ ਬਾਹਰਾ ਕੀਤਾ। ਤਾਂ ਕਵੀ ਦੇ ਉੱਤੇ ਤੁਸੀਂ ਉਸ ਦੀ ਭੂਮਿਕਾ, ਕਵਿਤਾ ਤੋਂ ਬਾਹਰੀ ਭੂਮਿਕਾ ਕਿਹੜੀ ਚਾਹੁੰਦੇ ਹੋ ਕਿ ਕਵੀ ਕਵਿਤਾ ਤੋਂ ਬਾਹਰਾ ਕੀ ਹੋਵੇ? ਇਹ ਬਹੁਤ ਇੱਕ ਤਰ੍ਹਾਂ ਦਾ ਚਿਰਸ ਦੀ ਵੀ ਸਵਾਲ ਹੈ ਸਾਡੇ ਸਾਹਮਣੇ ਕਿ ਕਵਿਤਾ ਨੇ ਸਿਰਫ ਇੱਕ ਕਲਾ ਦਾ ਰੂਪ ਹੀ ਹੁੰਦੀ ਹੈ, ਕਵਿਤਾ ਹੀ ਹੁੰਦੀ ਹੈ, ਜਾਂ ਇਹਨੇ ਕੁਝ ਕਰਨਾ ਵੀ ਹੁੰਦਾ, ਸਵਾਰਨਾ ਵੀ ਹੁੰਦਾ। ਬਹੁਤ ਵਾਰੀ ਇਹਦਾ ਇਹ ਵੀ ਜਵਾਬ ਹੈ ਕਿ ਕਵਿਤਾ ਨੇ ਸਿਰਫ ਲਿਖਣ ਤੋਂ ਬਿਨਾਂ ਕੁਝ ਨਹੀਂ ਕਰਨਾ ਹੁੰਦਾ, ਕਵਿਤਾ ਕਵਿਤਾ ਹੀ ਹੁੰਦੀ ਹੈ। ਪਰ ਮੇਰਾ ਥੋੜ੍ਹਾ ਮੰਨਣਾ ਇਹ ਹੈ ਕਿ ਕਵੀ ਇੱਕ ਸਮਾਜਿਕ ਬੰਦਾ ਹੋਣ ਦੇ ਨਾਤੇ ਸਮਾਜ ਵਿੱਚ ਵੀ ਉਹਦਾ ਵਿਚਰਨਾ, ਉਹਦੀ ਜਗ੍ਹਾ, ਉਹਦੀ ਕੋਈ ਭੂਮਿਕਾ ਬਣਦੀ ਹੈ ਜੇ ਉਹ ਕਰ ਸਕੇ ਤਾਂ। ਇੱਕ ਕਿਉਂਕਿ ਇਹ ਕਵਿਤਾ ਦਾ ਇੱਕ ਸ਼ੇਰ ਹੈ, ਇਸ਼ਾਰਤਨ ਇਹ ਗੱਲ ਹੈ। ਅਤੇ ਜੇ ਕਵੀ ਕਵਿਤਾ ਦੇ ਵਿੱਚ ਵੀ ਚੰਗਾ ਹੁੰਦਾ ਹੋਇਆ ਬਾਹਰਲੀ ਦੁਨੀਆ ਵਿੱਚ ਵੀ ਚੰਗਾ ਹੋ ਜਾਏ ਤਾਂ ਇਹਦੇ ਨਾਲ ਫਿਰ ਪੜ੍ਹਨ ਸੁਣਨ ਵਾਲਿਆਂ ਦਾ ਕਵਿਤਾ ਵਿੱਚ ਭਰੋਸਾ ਜ਼ਿਆਦਾ ਵੱਧ ਸਕਦਾ ਹੈ। ਗੁਰਤੇਜ ਜੀ, ਮੈਂ ਆਖਰ ਵਿੱਚ ਸਿਰਫ ਤੁਹਾਡੇ ਤੋਂ ਦੋ ਸ਼ੇਰ ਸੁਣਾਂਗਾ। ਸਮਾਂ ਸਾਡੇ ਹੱਥੋਂ ਨਿਕਲ ਗਿਆ, ਜਿਵੇਂ ਭਾਈ ਵੀਰ ਸਿੰਘ ਹੋਣੀ ਕਹਿੰਦੇ ਆ। ਜੀ। ਇਹ ਮੁਲਾਕਾਤ ਦੁਬਾਰਾ ਫਿਰ ਹੋਏਗੀ। ਜੀ। ਬਹੁਤ ਸਾਰੀਆਂ ਗੱਲਾਂ ਅਜੇ ਵੀ ਸਾਡੇ ਕੋਲ ਨੇ, ਜੀ। ਫਿਰ ਕਿਤੇ ਮਿਲਾਂਗੇ। ਤਾਂ ਦੋ ਸ਼ੇਰਾਂ ਦੇ ਨਾਲ ਅਸੀਂ ਅੰਤ ਕਰਾਂਗੇ। ਚਲੋ, ਮੈਂ ਦੋ ਸ਼ੇਰ ਆਖਰ ਵਿੱਚ ਹਾਂਜੀ। ਸਾਰੇ ਸੁਣਨ ਵਾਲਿਆਂ ਦੇ ਮਾਣ ਵਿੱਚ ਪੜ੍ਹਦਾ ਕਿ ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ। ਜੀ। ਵਾਹ। ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆ ਕੋਈ ਦਿਸਦੇ ਪਸਾਰੇ ਤੋਂ ਪਰਾਂ ਵੀ ਹੈ। ਵਾਹ ਵਾਹ, ਬਹੁਤ ਅੱਛੇ। ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆ ਕੋਈ ਦਿਸਦੇ ਪਸਾਰੇ ਤੋਂ ਪਰਾਂ ਵੀ ਹੈ। ਥਲਾਂ ਦੀ ਰੇਤ ਵੀ ਉਸਦਾ ਉਛਾਲਾ ਲੋਚਦੀ ਰਹਿੰਦੀ। ਵਾਹ। ਥਲਾਂ ਦੀ ਰੇਤ ਵੀ ਉਸਦਾ ਉਛਾਲਾ ਲੋਚਦੀ ਰਹਿੰਦੀ, ਨਦੀ ਦਾ ਦੇਸ ਤਾਂ ਉਸਦੇ ਕਿਨਾਰੇ ਤੋਂ ਪਰਾਂ ਵੀ ਹੈ। ਵਾਹ, ਕੀ ਬਾਤ। ਔਰ ਇੱਕ ਸ਼ੇਰ ਕਿ ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲੈ ਨਹੀਂ ਮੁੱਕੀ। ਵਾਹ। ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲੈ ਨਹੀਂ ਮੁੱਕੀ, ਕਿਵੇਂ ਦੱਸਾਂ ਕਿ ਮਸਤੀ ਤਾਂ ਹੁਲਾਰੇ ਤੋਂ ਪਰਾਂ ਵੀ ਹੈ। ਬਹੁਤ ਅੱਛੇ, ਬਹੁਤ ਅੱਛੇ। ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ। ਇਸ ਮੈਂ ਦੇ ਖਿਲਾਰੇ ਨੂੰ ਮੈਨੂੰ ਲੱਗਦਾ ਹਰ ਪਾਠਕ, ਹਰ ਸਰੋਤਾ, ਹਰ ਦਰਸ਼ਕ ਮਾਣਦਾ ਆਇਆ ਹੈ। ਅਸੀਂ ਪਿਛਲੇ 40 ਸਾਲਾਂ ਤੋਂ ਗੁਰਤੇਜ ਨੂੰ ਸੁਣਦੇ ਆਏ ਹਾਂ। ਉਸ ਦੀ ਪਾਣੀ ਦਾ ਹਾਸ਼ੀਆ ਇੱਕ ਅੱਛੀ ਕਿਤਾਬ, ਜਿਹੜੀ ਸ਼ਾਇਦ ਇਹ ਧਰੋਹਰ ਵਾਂਗ ਹਰ ਪਾਠਕ ਕੋਲ, ਹਰ ਪੰਜਾਬੀ ਬੰਦੇ ਕੋਲ ਹੋਣੀ ਚਾਹੀਦੀ ਹੈ। ਆਉਣ ਵਾਲੇ ਸਮੇਂ 'ਚ ਗੁਰਤੇਜ ਹੋਣੀ ਸਾਡੇ ਲਈ ਹੋਰ ਕਿਤਾਬ ਵੀ ਦੇਣਗੇ। ਅਸੀਂ ਇਸੇ ਆਸ ਦੇ ਨਾਲ ਅੱਜ ਤੁਹਾਡਾ ਧੰਨਵਾਦ ਕਰਦੇ ਹਾਂ, ਆਕਾਸ਼ਵਾਣੀ ਦਾ ਵੀ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਗੁਰਤੇਜ ਜੀ, ਸਾਡੇ ਨਾਲ ਸ਼ਾਮਲ ਹੋਣ ਵਾਸਤੇ। ਤੁਹਾਡਾ ਵੀ ਬਹੁਤ ਸ਼ੁਕਰੀਆ ਜੀ। ਹੁਣੇ ਤੁਸੀਂ ਸੁਣ ਰਹੇ ਸੀ ਗੁਰਤੇਜ ਕੁਹਾਰਵਾਲਾ ਨਾਲ ਕੀਤੀ ਮੁਲਾਕਾਤ ਕਰ ਰਹੇ ਸਨ ਸੁਖਜਿੰਦਰ ਸਿੰਘ। ਇਸ ਦੇ ਨਾਲ ਹੀ ਸਿਰਜਣਾ ਦਾ ਇਹ ਅੰਕ ਇੱਥੇ ਮੁੱਕਦਾ ਏ। ਅਗਲਾ ਅੰਕ ਲੈ ਕੇ ਫਿਰ ਹਾਜ਼ਰ ਹੋਵਾਂਗੇ। ਨਮਸਕਾਰ। ਪੇਸ਼ਕਸ਼ ਮੁਹੰਮਦ ਇਮਤਿਆਜ਼। ਸਿਰਜਣਾ।